तेग बहादुर सिमरिए करनो निद आवे थाए। तेग बहादुर सिमरिए करनो निद आवे थाए। सब थाई होए सहाय, सब थाई होए सहाय, सब थाई होए सहाय, सब थाई सहाय। तेग बहादुर सिमरिए हर नाम निद आवे थाए। हर नाम निद आवे थाए। हर नाम निद आवे थाए। रामकली महला तीजा आनंद एक ओंकार। सतगुर प्रसाद आनंद पाया मेरी माए। सतगुरु मैं पा सतगुर ता पाया। सहज सिद्धि मन वजिया बाधाया। राग तन परवार बरिया शब्द गावण आया। शब्दो ता गावो हरि केरा रजनी बसाया। कहे नानक आनंद होआ सतगुरु मैं पाया। ए मन मेरा तू सदा रहो हर नाल। हर नाल रहो तू मन मेरे दुख सब विसारना। अंगीकारो करे तेरा कारज सब सवारना। सबना गला समरथ स्वामी सो क्यों मनो विसारे। कहे नानक मेरे सदा रहो हर नाल। साचे साहिबा क्या नहीं करती रे करता तेरे सब किछ है जिस दे सो पावे। सदा सिफ सलाह तेरी नाम मन वसावे। नाम जिनके मन वसिया बाजे शब्द कनेरे। कहे नानक सच्चे साहिब क्या नहीं करते रे। साचा नाम मेरा आधार। साच नाम आधार मेरा जन पुकार सब गवाया। कर शांत सुख मन आए वसिया जन इच्छा सब पुजाया। सदा कुर्बान किता गुर बिटो वड्याया। कहे नानक सुनो संतो शब्द तरो प्यारो। साचा नाम मेरा आधारो। बाजे पंच शब्द घर सुभागे। घर सुभागे शब्द बाजे कला जित कर तारिया। पंचदूत तुद वस कीते खटक मारिया। और कर्म पाया तुद जिन को से नाम हर के लागे। कहे नानक तैस हुआ तित करे अनहद बाजे। अन सुनो वड भागियो सगल मनोरथ पूरे। बार ब्रह्म कृपाया उतरे सगल विसोरे। दुख रोग संताप उतरे सुनी सच्ची बाणी। संत साजन पए सरसे पूरे गुर ते जानी। सुनते पुनीत कहते पवित्र सतगुर रहया भरपूर। बिनवंत नानक गुर चरण लागे वाजे अनहद। श्लोक पवन गुरु पाणी पिता माता धरत महत। दिवस रात दे दाई दाया सगल जगत। चंगियाइयां बुरियाइयां बचे धर्म दूर। कर्मी आपो अपनी के नेड़े के दूर। जिनी नाम ते आया गए मशक्कत काल। नानक ते मुख जले कीती छुटी नाल। जिनी नाम ते आया गए मशक्कत काल। नानक ते मुख जले कीती छुटी नाल। वाहिगुरु जी का खालसा वाहिगुरु जी की फतेह। वाहिगुरु साहिब जी। एक ओंकार
ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੇ ਸੈਭੰ ਗੁਰ ਪ੍ਰਸਾਦ ਚਕਰ ਚਹਿਨ ਅਰ ਬਰਨ ਜਾਤ ਅਰ ਪਾਤ ਨਹਿ ਨੰਜਹਿ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਹਿ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿ ਤੁਜ ਕਹਿਜੈ ਕੋਟ ਇੰਦਰ ਇੰਦਰਾਨ ਸ਼ਾਹ ਸ਼ਾਹਾਨ ਗਣਿਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤਵ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ ਸੁਰ ਨਰ ਮੁਨ ਜਨ ਅੰਮ੍ਰਿਤ ਲੋ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਹਰ ਸੱਚਾ ਮਨ ਵਸਾਇਆ ਅੰਮ੍ਰਿਤ ਪੀਆ ਸਤਿਗੁਰ ਦੀਆ ਅਵਰ ਨਾ ਜਾਣਾ ਦੁਆਤੀਆ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ ਹਰ ਸਿਮਰਤ ਆਨੰਦ ਅਨੰਤਾ ਰੰਗ ਤਮਾਸਾ ਪੂਰਨ ਆਸਾ ਕਬਹਿ ਪੈ ਚਿੰਤਾ ਖਾਲਸਾ ਅਕਾਲ ਪੁਰਖ ਕੀ ਫੌਜ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ ਖਾਲਸਾ ਮੇਰੋ ਸੱਜਣ ਸੂਰਾ ਖਾਲਸਾ ਮੇਰੋ ਸਤਿਗੁਰ ਪੂਰਾ ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖ ਬਿਖ ਖਾਈ ਮਾਇਆ ਮੋਹ ਭਰਮ ਪੈ ਭੁਲੇ ਸੁਤ ਦਾਰਾ ਸਿਉ ਪ੍ਰੀਤ ਲਗਾਈ ਇਕ ਉਤਮ ਪੰਥ ਸੁਨਿਓ ਗੁਰ ਸੰਗਤ ਤਹ ਮਿਲੰਤ ਜਮ ਤਰਾਸ ਮਿਟਾਈ ਇਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰਾਖੋ ਸ਼ਰਨਾਈ ਇਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰਾਖੋ ਸ਼ਰਨਾਈ ਸੁਕਹੁ ਤਲ ਗੁਰ ਸੇਵੀਐ ਅਹਨਿਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੇ ਨੂਰ ਅਰਸੋਂ ਕੁਰਸੋਂ ਝਟੀਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸਜਣ ਸੱਚਾ ਪਾਤਸ਼ਾਹ ਸਿਰ
ਸ਼ਹਾਂਦੈ ਸ਼ਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਰਾਗ ਸੂਹੀ ਮਹੱਲਾ ਪਹਿਲਾ। ਚੌਪਦੀ ਘਰ ਪਹਿਲਾ। ਭਾਂਡਾ ਧੋਏ ਬੈਸ ਧੂਪ ਦੀਵੋ ਤੋ ਦੁਧ ਕੋ ਜਾਵੋ। ਦੁਧ ਕਰਮ ਫੁਨ ਸੁਰਤ ਸਮਾਇਣਾ ਹੋਏ ਨਿਰਾਸ ਜਮਾਵੋ। ਭਾਂਡਾ ਧੂਈ ਬੈਸ ਧੂਪ ਦੀਵੋ ਤੋ ਦੁਧ ਕੋ ਜਾਵੋ। ਦੁਧ ਕਰਮ ਫੁਨ ਸੁਰਤ ਸਮਾਇਣਾ ਹੋਏ ਨਿਰਾਸ ਜਮਾਵੋ। ਜਪੋ ਤਾ ਏਕੋ ਨਾਮਾ ਆਵਰ ਨਿਰਾਫਲ ਕਾਮਾ। ਰਹਾਉ ਇਹੋ ਮਨ ਏਟੇ ਹਾਥ ਕਰੋ ਫੁਨ ਨੇਤਰੋ ਨੀਂਦ ਨਾ ਆਵੈ। ਰਸਨਾ ਨਾਮ ਜਪੋ ਤਬ ਮਥਿਐ ਇਨ ਬਿਧ ਅੰਮ੍ਰਿਤ ਪਾਵੋ। ਮਨ ਸੰਪਟ ਜਿਤ ਸਤ ਸਰ ਨਾਵਣਾ ਭਾਵਨ ਪਾਤੀ ਤ੍ਰਿਪਤ ਕਰੀ। ਪੂਜਾ ਪ੍ਰਾਣ ਸੇਵਕ ਜੇ ਸੇਵੇ ਇਨ ਬਿਧ ਸਾਹਿਬ ਰਾਵਤ ਰਹਿ। ਕਹਿੰਦੇ ਕਹਿ ਕਹੀ ਕਹਿ ਜਾਵੈ ਤੁਮ ਸਰ ਆਵਰ ਨ ਕੋਈ। ਭਗਤ ਹੀਣਾ ਨਾਨਕ ਜਨ ਜੰਪੈ ਹਉ ਸਾਲਾਹੀ ਸੱਚਾ ਸੋਈ। ਕਹਿੰਦੇ ਕਹਿ ਕਹੀ ਕਹਿ ਜਾਵੈ ਤੁਮ ਸਰ ਆਵਰ ਨਾ ਕੋਈ। ਭਗਤ ਹੀਣ ਨਾਨਕ ਜਨ ਜੰਪੈ ਹਉ ਸਾਲਾਹੀ ਸੱਚਾ ਸੋਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧ ਆਵੈ ਧਾਏ। ਸਭ ਥਾਈ ਹੋਏ ਸਹਾਏ। ਐਸੇ ਦੀਨ ਦਿਆਲ ਪਾਤਸ਼ਾਹ ਪਰਉਪਕਾਰੀ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ
ਸਤਿਗੁਰਾਂ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਦੁਖ ਨਿਵਾਰਨ ਸਾਹਿਬ ਵਿਖੇ ਚਵਰ ਛਤਰ ਤਖਤ ਦੇ ਮਾਲਕ ਵਾਲੀਏ ਕੁਲ ਆਲਮ ਸਰਵਰੇ ਕਾਇਨਾਤ दस पातशाहियों के आत्मक स्वरूप जागत जोत शब्द गुरु धन धन श्री गुरु ग्रंथ साहिब पातशाह जी की पावन पवित्र हजूरी अंदर ਅੰਮ੍ਰਿਤ ਵੇਲੇ ਤੋਂ ਸਜੇ ਹੋਏ ਸੁੰਦਰ ਸਚਖੰਡ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਰਹੀ ਗੁਰੂ ਸਵਾਰੀ ਗੁਰੂ ਖਾਲਸਾ ਸਤ ਸੰਗਤ ਜੀਓ, ਧੰਤਾ ਦੇ ਯੋਗ ਹੋ ਜੋ ਆਪ ਜੀ ਗੁਰਚਰਨਾਂ ਦੇ ਵਿੱਚ ਜੁੜ ਕਰਕੇ ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ, ਰੱਬੀ ਬਾਣੀ ਦੇ ਸ਼ਬਦ ਕੀਰਤਨ ਆਸਾ ਕੀ ਵਾਰ ਦੇ बड़े प्रेम सहित गुरु के कीर्तनियां कोलों सरवण करके जीवन दीयां घड़ियां नूं सवासां नूं सफलियां बनाउण दा यतन कर रहे हो। बड़े मंत्र मुग्ध होए प्रेम विच भिज करके आप जियां ने रब्बी बाणी दे शब्द कीर्तन सरवण कीते हन। उपरंत ਅੰਮ੍ਰਿਤ ਵੇਲੇ ਆਏ ਹੋਏ ਪਾਵਨ ਮੁਖਵਾਕ ਦੀ ਵਿਚਾਰ ਕਰਨ ਦੇ ਲਈ ਆਪਾਂ ਸਾਰੇ ਜੁੜ ਬੈਠੇ ਹਾਂ। ਅੱਜ ਦਾ ਉਹ ਪਾਵਨ ਪਵਿੱਤਰ ਦਿਹਾੜਾ ਇਉਂ ਤੀਸਰ ਪੰਥ ਚਲਾਇਨ ਵੱਡ ਗੁਰ ਗਹਿਲਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। खालसा काल पुरख की फौज प्रगट्यो खालसा परमात्मा की मौज। खालसा प्रगट दिवस आप समूह संगतां गुरचरणा दे विच जुड़ करके बड़ी श्रद्धा बड़ी भावना नाल मना रहे हो। समूह संगतां नूं खालसा साजना दिवस दी लख लख वधाई होवे। साहिबे कमाल सरबंसदानी अमृत के दाते धन धन श्री गुरु गोबिंद सिंह साहिब पातशाह जी सतगुरां ने अज दे दिन खालसे नूं प्रगट कीता। खालसा सजाया। दुनिया के अंदर बहुत कौमां होईयां पर किसी भी कौम का कोई जन्म स्थान कोई तरीक कोई समा नीयत नहीं निश्चित नहीं है। एको एक सिख कौम है खालसा है जिदा जन्म स्थान भी नीयत है ते जन्म तारीख भी नीयत है। खालसे का जन्म स्थान है तख्त श्री केसगढ़ साहिब श्री आनंदपुर साहिब। खालसे की जन्म तारीख नीयत है 1 वैसाख 1699 जो गुरु साहब जी ने खालसा साजिया।
ਜਿਸ ਸੰਪੂਰਨ ਮਨੁੱਖ ਦਾ ਖਾਕਾ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਚਿਤਵਿਆ, ਉਹਨੂੰ ਪ੍ਰਗਟ ਕੀਤਾ, ਉਹਨੂੰ ਸਾਜਿਆ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਨੇ। ਖਾਲਸਾ ਸਾਜਣ ਤੋਂ ਪਹਿਲਾਂ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਇਕਾਂਤ ਵਸ ਹੋਏ। ਇਕਾਂਤ ਵਸ ਹੋ ਕੇ ਉਹ ਜਿਹੜਾ ਸੰਪੂਰਨ ਮਨੁੱਖ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਚਿਤਵਿਆ, ਉਹਦਾ ਚਿਤਰਨ, ਉਹਦਾ ਖਾਕਾ ਆਪਣੇ ਮਨ ਅੰਦਰ ਲਿਆਂਦਾ। ਕਿਉਂਕਿ ਜਦੋਂ ਵੀ ਕੋਈ ਚਿੱਤਰਕਾਰ ਕੋਈ ਚਿੱਤਰ ਬਣਾਉਂਦਾ ਹੈ, ਤਸਵੀਰ ਬਣਾਉਂਦਾ, ਉਹਦਾ ਖਾਕਾ ਪਹਿਲਾਂ ਮਨ ਅੰਦਰ ਤਿਆਰ ਕਰਦਾ ਹੈ, ਚਿਤਵਦਾ ਹੈ। ਫਿਰ ਉਹ ਖਾਕਾ ਆਪਣੇ ਹਿਰਦੇ ਅੰਦਰ, ਆਪਣੇ ਮਨ ਅੰਦਰ ਬਣਾ ਕੇ ਫਿਰ ਉਹ ਤਸਵੀਰ ਬਣਾਉਂਦਾ ਤੇ ਲੋਕਾਂ ਦੇ ਸਾਹਮਣੇ ਪ੍ਰਗਟ ਕਰਦਾ ਹੈ। ਸੰਪੂਰਨ ਮਨੁੱਖ ਦਾ ਖਾਕਾ ਜਿਹੜਾ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਚਿਤਵਿਆ, ਤੇ ਉਹਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਨੇ ਤਿਆਰ ਕਰਕੇ ਦੁਨੀਆ ਦੇ ਸਾਹਮਣੇ ਅੱਜ ਦੇ ਦਿਨ ਪ੍ਰਗਟ ਕੀਤਾ। ਹੁਣ ਜਿਹੜਾ ਉਹ ਸੰਪੂਰਨ ਮਨੁੱਖ ਦਾ ਖਾਕਾ ਚਿਤਵਿਆ, ਉਹਦੀ ਰਹਿਣੀ, ਉਹਦੀ ਰਹਿਤ ਨੂੰ ਅਮਲੀ ਰੂਪ ਦੇਣ ਲਈ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਨੇ ਪੱਤਰਕਾਵਾਂ ਲਿਖ ਕੇ, ਸੰਦੇਸ਼ੇ ਭੇਜ ਕੇ ਦੂਰ ਦਰਾਜ ਦੇ ਇਲਾਕੇ ਦੀਆਂ ਸੰਗਤਾਂ ਨੂੰ ਆਨੰਦਪੁਰ ਸਾਹਿਬ ਬੁਲਾਉਣਾ ਕੀਤਾ। ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਦਾ ਹੁਕਮ ਪਾ ਕੇ ਕਸ਼ਮੀਰ, ਸਿੰਧ, ਮੁਲਤਾਨ, ਈਰਾਨ, ਇਰਾਕ, ਬੜੇ ਬੜੇ ਦੂਰ ਦਰਾਜ ਦੀਆਂ ਸੰਗਤਾਂ ਹੁਮਾ ਕੇ ਆਨੰਦਪੁਰ ਸਾਹਿਬ ਪਹੁੰਚੀਆਂ। ਤੇ ਔਰੰਗਜ਼ੇਬ ਦਾ ਜਿਹੜਾ ਖੂਫੀਆ ਸੀ, ਜਿਹੜਾ ਹਰ ਰੋਜ਼ ਦੀ ਰਿਪੋਰਟ ਦਿੰਦਾ ਸੀ ਔਰੰਗਜ਼ੇਬ ਨੂੰ ਆਨੰਦਪੁਰ ਸਾਹਿਬ ਵਿਖੇ ਕੀ ਵਾਪਰ ਰਿਹਾ ਹੈ, ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਦੀਆਂ ਗਤੀਵਿਧੀਆਂ ਕੀ ਨੇ, ਉਹਦੇ ਬਾਰੇ ਹਰ ਰੋਜ਼ ਰਿਪੋਰਟ ਪੇਸ਼ ਕਰਦਾ। ਉਹਦੀ ਰਿਪੋਰਟ ਦੇ ਮੁਤਾਬਕ ਤਕਰੀਬਨ 80,000 ਦਾ ਇਕੱਠ ਆਨੰਦਪੁਰ ਸਾਹਿਬ ਦੀ ਧਰਤੀ ਤੇ ਹੋਇਆ। ਇਹ ਜਿਹੜੇ ਕੇਸਗੜ੍ਹ ਸਾਹਿਬ ਵਾਲਾ ਇਹ ਪਾਵਨ ਅਸਥਾਨ ਹੈ, ਇੱਥੇ ਪਹਾੜੀ ਦੀ ਜਿਹੜੀ ਠੇਰੀ ਸੀ, ਇਹਨੂੰ ਆਪ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਨੇ ਪੱਧਰਾ ਕਰਵਾਇਆ। ਇਹ ਜਗ੍ਹਾ ਨੂੰ ਪੱਧਰ ਕਰਵਾ ਕੇ ਬਹੁਤ ਵੱਡਾ ਸਾਰਾ ਇੱਕ ਜਿਹੜਾ ਤੰਬੂ ਹੈ ਉਹ ਗੁਰੂ ਪਾਤਸ਼ਾਹ ਜੀ ਨੇ ਲਵਾਉਣਾ ਕੀਤਾ। ਇਹਦੇ ਨਾਲ ਹੀ ਇੱਕ ਛੋਟਾ ਤੰਬੂ ਲਗਵਾਇਆ ਗਿਆ, ਤੰਬੂ ਸਾਹਿਬ, ਕੋਠਾ ਸਾਹਿਬ ਵਾਲਾ ਸਥਾਨ, ਜਿੱਥੇ ਆਪ ਸੰਗਤਾਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਜਦੋਂ ਆਪ ਜੀ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੂੰ ਨਤਮਸਤਕ ਹੁੰਦੇ ਹੋ ਤੇ ਸਾਹਮਣੇ ਜਿੱਥੇ ਗੁਰੂ ਸਾਹਿਬਾਨ ਦੇ ਸ਼ਸਤਰ ਸੁਸ਼ੋਭਿਤ ਨੇ, ਇਹ ਉਹ ਤੰਬੂ ਸਾਹਿਬ ਵਾਲਾ ਸਥਾਨ ਹੈ ਜਿੱਥੇ ਗੁਰੂ ਸਾਹਿਬ ਜੀ ਨੇ ਛੋਟਾ ਤੰਬੂ ਲਗਵਾਇਆ। ਅੰਮ੍ਰਿਤ ਵੇਲੇ ਦੀਵਾਨ ਸਜਿਆ। ਰਾਗੀ ਸਿੰਘਾਂ ਨੇ ਆਸਾ ਕੀ ਵਾਰ ਦਾ ਕੀਰਤਨ ਆਰੰਭ ਕੀਤਾ। ਆਸਾ ਕੀ ਵਾਰ ਦੇ ਕੀਰਤਨ ਦੀ ਸਮਾਪਤੀ ਹੋਈ ਤੇ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ, ਜਿਨ੍ਹਾਂ ਦੇ ਚਿਹਰੇ ਤੇ ਬਹੁਤ ਜਲਾਲ ਸੀ, ਆਪਣੀ ਤਲਵਾਰ ਬੇਮਿਆਨ ਕੀਤੀ ਹੈ, ਸ਼ਮਸ਼ੀਰ ਹੱਥ ਵਿੱਚ ਲੈ ਕੇ ਮੰਚ ਤੇ ਆਏ, ਸਟੇਜ ਤੇ ਆਏ। ਇੱਕ ਖਿਆਲ ਕਰੀਏ ਕਿ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਨੇ
ਵਿਸਾਖੀ ਦਾ ਦਿਨ ਕਿਉਂ ਚੁਣਿਆ? ਖਾਲਸਾ ਪ੍ਰਗਟ ਕਰਨ ਦਾ ਦਿਨ। ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਵਿੱਚ 2 12 ਮਾਹ ਆਉਂਦੇ ਨੇ। ਇੱਕ 12 ਮਾਹ ਮਾਝ ਰਾਗ ਦੇ ਵਿੱਚ ਹੈ, ਜਿਹੜੀ 12 ਮਾਹ ਦੀ ਬਾਣੀ ਪੰਚਮ ਗੁਰਦੇਵ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਰਸਨਾ ਤੋਂ ਉਚਾਰਨ ਕੀਤੀ ਹੋਈ ਹੈ। ਗੁਰੂ ਸਾਹਿਬਾਨ ਨੇ ਜਿੱਥੇ ਸਾਨੂੰ ਜੀਵਨ ਜਿਉਣ ਦੀ ਜਾਂਚ ਦੱਸੀ, ਜੀਵਨ ਦਾ ਪਰਪਸ ਕੀ ਹੈ, ਮਨੁੱਖਾ ਜਨਮ ਕਿਉਂ ਮਿਲਿਆ, ਇਹਨੂੰ ਜਿਉਣਾ ਕਿਵੇਂ ਹੈ, ਸਤਿਗੁਰੂ ਪਾਤਸ਼ਾਹ ਜੀ ਨੇ ਦਿਨਾਂ ਵਿੱਚ ਉਪਦੇਸ਼ ਦਿੱਤਾ, ਘੜੀਆਂ ਵਿੱਚ, ਪਹਿਰਿਆਂ ਵਿੱਚ, ਥਿੱਤਾਂ ਵਿੱਚ, ਵਾਰਾਂ ਦੁਆਰਾ। 7 ਵਾਰ ਨੇ, ਹਫ਼ਤੇ ਦੇ 7 ਦਿਨ ਨੇ, ਉਹ ਵਾਰਾਂ ਦੁਆਰਾ ਉਪਦੇਸ਼ ਦਿੱਤਾ। ਗੁਰੂ ਸਾਹਿਬ ਜੀ ਨੇ 12 ਮਹੀਨੇ ਨੇ ਸਾਲ ਦੇ, ਉਹਨਾਂ 12 ਮਹੀਨਿਆਂ ਰਾਹੀਂ ਉਪਦੇਸ਼ ਦਿੱਤਾ। ਮਾਝ ਰਾਗ ਦੀ ਬਾਣੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਰਸਨਾ ਤੋਂ ਉਚਾਰਨ ਕੀਤੀ ਹੋਈ ਹੈ, ਤੇ ਇਹਦੇ ਵਿੱਚ ਵੀ ਵੈਸਾਖ ਦਾ ਮਹੀਨਾ ਆਉਂਦਾ ਹੈ। ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀ ਰਸਨਾ ਤੋਂ ਉਚਾਰਨ ਕੀਤੀ ਬਾਣੀ ਹੈ, ਤੁਖਾਰੀ ਰਾਗ ਵਿੱਚ ਆਉਂਦਾ 12ਵਾਂ। ਉਹ ਜਗਤ ਗੁਰੂ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀ ਰਸਨਾ ਤੋਂ ਉਚਾਰਨ ਕੀਤੀ ਹੋਈ ਬਾਣੀ ਹੈ। ਉਸ 12 ਮਾਹ ਦੇ ਵਿੱਚ ਵੀ ਵੈਸਾਖ ਆਉਂਦਾ ਹੈ, ਮਹੀਨਾ ਆਉਂਦਾ ਹੈ। ਇਹ ਸਮਝ ਲਈਏ ਕਿ ਜੇ ਵੈਸਾਖ ਸ਼ਬਦ ਉਦੋਂ ਵੀ ਸੀ ਤਾਂ ਉਸ ਤੋਂ ਹੋਰ ਪਿੱਛੇ ਲੰਬਾ ਸਮਾਂ 5000 ਸਾਲ ਵੀ ਪਿੱਛੇ ਚਲੇ ਜਾਈਏ, ਖਾਗੋਸ਼ਾਂ ਸਿਮਰਤੀਆਂ ਇਤਿਹਾਸ ਨੂੰ ਪੜ੍ਹਿਆ ਪਤਾ ਲੱਗਦਾ ਹੈ ਕਿ ਇਹ ਵੈਸਾਖ ਸ਼ਬਦ ਪਹਿਲਾਂ ਵੀ ਪ੍ਰਚਲਿਤ ਸੀ। ਇਹ ਵੈਸਾਖ ਸ਼ਬਦ ਕਿੱਥੋਂ ਆਇਆ? ਮਹੀਨੇ ਦਾ ਨਾਮਕਰਨ ਕਿਵੇਂ ਹੋਇਆ? ਜਿਵੇਂ ਧਰਤੀ ਸੂਰਜ ਦੇ ਦੁਆਲੇ ਘੁੰਮਦੀ ਹੈ, ਚੰਦਰਮਾ ਧਰਤੀ ਦੇ ਦੁਆਲੇ ਘੁੰਮਦਾ ਹੈ, ਤੇ ਜਦੋਂ ਚੰਦਰਮਾ ਧਰਤੀ ਦੇ ਦੁਆਲੇ ਘੁੰਮਦਾ ਹੈ ਤੇ ਜਿਸ ਰਸਤਿਓਂ ਚੰਦਰਮਾ ਨੂੰ ਗੁਜ਼ਰਨਾ ਪੈਂਦਾ ਉਹਨੂੰ ਨਛੱਤਰਾਂ ਦਾ ਰਸਤਾ ਆਖਦੇ ਨੇ। ਉਹਨੂੰ ਨਛੱਤਰਾਂ ਦਾ ਰਸਤਾ ਆਖਦੇ ਨੇ। 27 ਨਛੱਤਰ ਨੇ। ਜਿਸ ਮਹੀਨੇ ਦੇ ਵਿੱਚ ਚੰਦਰਮਾ ਜਿਸ ਨਛੱਤਰ ਦੇ ਵਿੱਚੋਂ ਗੁਜ਼ਰ ਰਿਹਾ ਹੁੰਦਾ ਹੈ, ਉਸ ਮਹੀਨੇ ਦੀ ਜਿਹੜੀ ਪੂਰਨਮਾਸ਼ੀ ਉਹ ਚੰਦਰਮਾ ਦੇ ਅਧੀਨ ਆਉਂਦੀ ਹੈ। ਉਸ ਨਛੱਤਰ ਤੋਂ ਮਹੀਨੇ ਦਾ ਨਾਮਕਰਨ ਕੀਤਾ ਜਾਂਦਾ ਹੈ। ਮੇਘਾ ਨਛੱਤਰ ਹੈ, ਕਾਰਤਿਕ ਨਛੱਤਰ ਹੈ, ਵੈਸਾਖਾ ਨਛੱਤਰ, ਇਸ ਤਰ੍ਹਾਂ ਦੇ ਨਾਲ ਆਦੇ ਨਛੱਤਰ ਨੇ। ਜਦੋਂ ਚੰਦਰਮਾ ਗੁਜ਼ਰ ਰਿਹਾ ਹੈ, ਉਹਦੇ ਅਧੀਨ ਪੂਰਨਮਾਸ਼ੀ ਆਈ, ਤੇ ਜਦੋਂ ਵਿਸਾਖਾ ਨਛੱਤਰ ਵਿੱਚੋਂ ਗੁਜ਼ਰਿਆ ਤੇ ਇਸ ਮਹੀਨੇ ਦਾ ਨਾਮਕਰਨ ਕੀਤਾ ਗਿਆ ਵੈਸਾਖ। ਇੱਥੋਂ ਇਉਂ ਇਸ ਮਹੀਨੇ ਦਾ ਨਾਮਕਰਨ ਹੋਇਆ। ਹੁਣ 2-12 ਮਾਹ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਤੇ ਗੁਰੂ ਗੋਬਿੰਦ ਸਾਹਿਬ ਜੀ ਨੇ ਉਚਾਰਨ ਕੀਤੇ। ਪੰਚਮ ਗੁਰਦੇਵ ਗੁਰੂ ਅਰਜਨ ਦੇਵ ਪਾਤਸ਼ਾਹ ਜੀ, ਪਹਿਲੇ ਗੁਰੂ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ। ਹੁਣ ਜਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਵੈਸਾਖ ਦੀ ਗੱਲ ਕਰਦੇ ਨੇ ਤੇ ਉਹ ਕਹਿੰਦੇ ਨੇ, ਵੈਸਾਖ ਧੀਰਨ ਕਿਉਂ ਵਾਢੀਆਂ ਜਿੰਨਾ ਪ੍ਰੇਮ ਵਿਸ਼ੋ। ਇੱਥੇ ਫਸਲ ਦੀ ਗੱਲ ਹੈ, ਟੁੱਟੇ ਹੋਇਆਂ ਦੀ ਗੱਲ ਹੈ। ਤੇ ਜਦੋਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਵਿਸਾਖ ਦੀ ਗੱਲ ਕਰਦੇ ਨੇ, ਉਹ ਕਹਿੰਦੇ ਨੇ, ਵੈਸਾਖ ਭਲਾ ਸਾਖਾ ਵੇਸ ਕਰੇ। ਉੱਥੇ ਜੁੜੇ ਹੋਇਆਂ ਦੀ ਗੱਲ ਹੈ, ਉੱਥੇ ਵਸਲ ਦੀ ਗੱਲ ਹੈ। ਇਹ ਦੋਵੇਂ ਸ਼ਬਦ ਅਰਬੀ ਦੇ ਸ਼ਬਦ ਨੇ, ਫਸਲ ਤੇ ਵਸਲ। ਫਸਲ ਤੋਂ ਭਾਵ ਟੁੱਟੇ ਹੋਏ ਤੇ ਵਸਲ ਤੋਂ ਭਾਵ ਜੁੜੇ ਹੋਏ। ਇਹ ਫਸਲ ਤੇ ਵਸਲ ਦੇ ਜੇ ਸ਼ਬਦ ਨੂੰ ਸਮਝਣਾ ਹੋਵੇ ਤੇ ਭਾਈ ਨੰਦ ਲਾਲ ਜੀ ਦੀ ਬੜੀ ਪਿਆਰੀ ਉਹ ਘਟਨਾ
ਜਦੋਂ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਤੁਰੇ ਜਾ ਰਹੇ ਨੇ, ਗੁਰਸਿੱਖ ਨਾਲ ਤੁਰੇ ਜਾਂਦੇ ਆ, ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਨੇ ਜ਼ਮੀਨ ਤੋਂ ਪੱਥਰ ਚੁੱਕਿਆ ਤੇ ਪਾਣੀ ਵਿੱਚ ਸੁੱਟਿਆ, ਤੇ ਪਾਣੀ ਵਿੱਚ ਸੁੱਟ ਕੇ ਗੁਰਸਿੱਖਾਂ ਦੇ ਕੋਲੋਂ ਪੁੱਛਿਆ ਕਿ ਪੱਥਰ ਪਾਣੀ ਵਿੱਚ ਕਿਉਂ ਡੁੱਬਿਆ। ਆਪਾਂ ਨੂੰ ਵੀ ਜੇ ਕੋਈ ਪੁੱਛ ਲੇ ਤੇ ਆਪਣਾ ਜਵਾਬ ਹੋਏਗਾ ਕਿ ਪੱਥਰ ਭਾਰਾ ਹੁੰਦਾ ਹੈ, ਪਾਣੀ ਵਿੱਚ ਡੁੱਬ ਜਾਂਦਾ ਹੈ, ਭਾਰੀ ਚੀਜ਼ ਪਾਣੀ ਵਿੱਚ ਡੁੱਬ ਜਾਂਦੀ ਹੈ। ਜਵਾਬ ਦਿੱਤਾ ਕਿ ਪੱਥਰ ਭਾਰਾ ਹੋਣ ਕਰਕੇ ਪਾਣੀ ਵਿੱਚ ਡੁੱਬ ਗਿਆ। ਗੁਰੂ ਸਾਹਿਬ ਫਿਰ ਥੋੜਾ ਅੱਗੇ ਗਏ, ਇੱਕ ਪੱਥਰ ਫਿਰ ਚੁੱਕਿਆ, ਪਾਣੀ ਵਿੱਚ ਸੁੱਟਿਆ, ਫਿਰ ਪੁੱਛਿਆ ਪੱਥਰ ਕਿਉਂ ਡੁੱਬਿਆ। ਕਹਿਣ ਲੱਗੇ ਕਿ ਪਾਣੀ ਦਾ ਸੁਭਾਅ ਹੈ, ਪਾਣੀ ਭਾਰੀ ਚੀਜ਼ ਨੂੰ, ਵਸਤੂ ਨੂੰ ਆਪਣੇ ਵਿੱਚ ਡੋਬ ਲੈਂਦਾ, ਇਸ ਕਰਕੇ ਪੱਥਰ ਪਾਣੀ ਵਿੱਚ ਡੁੱਬਿਆ। ਤੀਸਰੀ ਵਾਰੀ ਗੁਰੂ ਸਾਹਿਬ ਜੀ ਨੇ ਫਿਰ ਪੱਥਰ ਚੁੱਕਿਆ, ਪਾਣੀ ਵਿੱਚ ਸੁੱਟਿਆ, ਸਵਾਲ ਫਿਰ ਉਹੀ ਸੀ, ਪੱਥਰ ਕਿਉਂ ਡੁੱਬਿਆ। ਜਵਾਬ ਫਿਰ ਉਹੀ ਮਿਲਿਆ, ਭਾਰਾ ਹੋਣ ਕਰਕੇ ਡੁੱਬਿਆ। ਭਾਈ ਨੰਦ ਲਾਲ ਜੀ ਨੂੰ ਪੁੱਛਿਆ ਕਿ ਭਾਈ ਨੰਦ ਲਾਲ ਜੀ ਪੱਥਰ ਪਾਣੀ ਵਿੱਚ ਕਿਉਂ ਡੁੱਬਿਆ। ਤੇ ਭਾਈ ਨੰਦ ਲਾਲ ਜੀ ਦੇ ਨੇਤਰਾਂ ਵਿੱਚੋਂ ਜਲ ਵਹਿ ਤੁਰਿਆ। ਕਹਿਣ ਲੱਗੇ ਪਾਤਸ਼ਾਹ, ਨਾ ਮੈਂ ਪਾਣੀ ਵੇਖਿਆ, ਨਾ ਮੈਂ ਪੱਥਰ ਨੂੰ ਵੇਖਿਆ। ਹਿੰਦੂ ਵੀਰ ਪੱਥਰ ਦੀ ਪੂਜਾ ਕਰਦੇ ਨੇ ਕਿ ਮੈਂ ਸੰਸਾਰ ਸਾਗਰ ਦੇ ਵਿੱਚ ਡੁੱਬਾ ਨਾ, ਇਹ ਸੰਸਾਰ ਸਾਗਰ ਵਿੱਚ ਕਿਤੇ ਡੁੱਬ ਨਾ ਜਾਵਾਂ, ਉਹ ਪੱਥਰ ਦੀ ਮੂਰਤੀ ਬਣਾ ਕੇ ਉਹਦੀ ਪੂਜਾ ਕਰਦੇ ਨੇ। ਮੁਸਲਮਾਨ ਵੀਰ ਉਹ ਪੱਥਰ ਦੀ ਮਸਜਿਦ ਬਣਾ ਕੇ ਉਹਦੇ ਵਿੱਚ ਬੈਠ ਕੇ ਪੂਜਾ ਕਰਦੇ ਨੇ, ਉਸ ਅੱਲਾ ਨੂੰ ਪੂਜਦੇ ਨੇ ਕਿ ਇਸ ਸੰਸਾਰ ਸਾਗਰ ਵਿੱਚ ਕਿਤੇ ਡੁੱਬ ਨਾ ਜਾਈਏ। ਤੇ ਪਾਤਸ਼ਾਹ, ਮੈਂ ਨਾ ਪਾਣੀ ਵੇਖਿਆ ਨਾ ਪੱਥਰ ਵੇਖਿਆ, ਮੈਂ ਇਹ ਵੇਖਿਆ ਕਿ ਜਿਹੜਾ ਤੇਰੇ ਵਸਲ ਵਿੱਚ ਹੈ, ਤੇਰੇ ਨਾਲ ਜੁੜਿਆ ਹੋਇਆ ਹੈ, ਤੇਰੇ ਹੱਥ ਵਿੱਚ ਹੈ, ਉਹ ਮਹਿਫੂਜ਼ ਹੈ, ਉਹ ਬਚਿਆ ਹੋਇਆ ਹੈ। ਜਿਹੜਾ ਤੇਰੇ ਹੱਥ ਵਿੱਚੋਂ ਛੁੱਟ ਗਿਆ ਉਹ ਡੁੱਬ ਗਿਆ। ਉਹ ਫਸਲ ਵਿੱਚ ਹੈ, ਉਹ ਟੁੱਟ ਗਿਆ ਤੇਰੇ ਨਾਲੋਂ। ਜਿਹੜਾ ਤੇਰੇ ਕੋਲੋਂ ਟੁੱਟ ਗਿਆ ਪਾਤਸ਼ਾਹ, ਤੇਰੇ ਹੱਥ ਵਿੱਚੋਂ ਛੁੱਟ ਗਿਆ, ਉਹਨੂੰ ਕੋਈ ਵੀ ਡੁੱਬਣ ਤੋਂ ਬਚਾ ਨਹੀਂ ਸਕਦਾ, ਉਹ ਡੁੱਬ ਗਏ। ਇਹ ਫਸਲ ਤੇ ਵਸਲ ਦੀ ਗੱਲ ਹੈ। ਇੱਕ ਉਹ ਨੇ ਜਿਹੜੇ ਫਸਲ ਵਿੱਚ ਨੇ, ਟੁੱਟੇ ਹੋਏ ਨੇ, ਇੱਕ ਉਹ ਨੇ ਜਿਹੜੇ ਵਸਲ ਵਿੱਚ ਨੇ, ਜਿਹੜੇ ਉਹਦੇ ਨਾਲ ਜੁੜੇ ਹੋਏ ਨੇ। ਪਾਤਸ਼ਾਹ ਜੀ ਨੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਲ ਇੱਕ-ਮਿਕ ਕਰਨ ਦੇ ਲਈ, ਨਿਆਰਾਪਣ ਦੇਣ ਦੇ ਲਈ, ਖਾਲਸ ਕਰਨ ਦੇ ਲਈ ਅੱਜ ਦੇ ਦਿਨ ਵਿਸਾਖ ਦਾ ਦਿਨ, ਵਿਸਾਖੀ ਦਾ ਦਿਨ ਚੁਣਿਆ। ਆਸਾ ਕੀ ਵਾਰ ਦੇ ਕੀਰਤਨ ਦੀ ਸਮਾਪਤੀ ਹੋਈ। ਗੁਰੂ ਸਾਹਿਬ ਜੀ ਨੇ ਸ਼ਮਸ਼ੀਰ ਹੱਥ ਵਿੱਚ ਲਈ ਹੈ, ਤਲਵਾਰ ਹੱਥ ਵਿੱਚ ਲੈ ਕੇ ਜਾਓ ਜਲਾਲ ਦੇ ਵਿੱਚ ਆ ਕੇ ਬੋਲੇ, ਕਹਿਣ ਲੱਗੇ, ਦੱਸਣਾ ਕੀਤਾ ਕਿ ਅੱਜ ਦਾ ਇਕੱਠ ਕਿਉਂ ਕੀਤਾ ਗਿਆ। ਸੁਨੇਹੇ ਦੇ ਕੇ ਇੰਨੀ ਵੱਡੀ ਗਿਣਤੀ ਵਿੱਚ ਸੰਗਤਾਂ ਨੂੰ ਕਿਉਂ ਬੁਲਾਇਆ ਗਿਆ, ਉਹਦਾ ਕਾਰਨ ਕੀ ਹੈ। ਪਾਤਸ਼ਾਹ ਕਹਿਣ ਲੱਗੇ ਕਿ ਜ਼ੁਲਮ ਬਹੁਤ ਵੱਧ ਚੁੱਕਾ ਹੈ, ਮੁਗਲ ਬਹੁਤ ਜ਼ੁਲਮ ਕਰ ਰਹੇ ਨੇ, ਔਰ ਜਿਹੜੀ ਪ੍ਰਜਾ ਹੈ ਉਹ ਜ਼ੁਲਮ ਨੂੰ ਆਪਣੀ ਪ੍ਰਾਲਬਧ ਸਮਝ ਕੇ ਸਬਰ ਦਾ ਘੁੱਟ ਭਰ ਰਹੀ ਹੈ। ਔਰ ਪ੍ਰਜਾ ਜਿਹੜੀ ਹੈ, ਨਿਮਾਣੀ ਤੇ ਲਤਾੜੀ ਪ੍ਰਜਾ ਜਿਹੜੀ ਹੈ, ਉਹ ਗੁਲਾਮੀ ਦੀ ਚੱਕੀ ਵਿੱਚ ਪਿਸ ਰਹੀ ਹੈ। ਮੁਗਲ ਰਾਜਿਆਂ ਨੇ ਨਿਮਾਣੀ ਤੇ ਲਤਾੜੀ ਪ੍ਰਜਾ ਨੂੰ ਖਾਣ ਦੇ ਵਾਸਤੇ ਸ਼ੇਰ ਦਾ ਰੂਪ ਧਾਰਨ ਕੀਤਾ ਹੋਇਆ। ਆ ਪਹਾੜੀ ਰਾਜਿਆਂ ਨੇ, ਹਿੰਦੂ ਰਾਜਿਆਂ ਨੇ ਇਹਨਾਂ ਮੁਗਲਾਂ ਨੂੰ ਆਪਣੇ ਧੀਆਂ ਦੇ ਡੋਲੇ ਦੇ ਕੇ ਆਪਣੀ ਅਣਖ ਖਤਮ ਕਰ ਲਈ ਹੈ। ਤੇ ਮੈਂ ਉਹਨਾਂ ਨਿਮਾਣੇ, ਨਤਾਣੇ, ਲਤਾੜੇ ਲੋਕਾਂ ਨੂੰ ਉੱਪਰ ਚੁੱਕਣ ਦੇ ਲਈ, ਜ਼ੁਲਮ ਨੂੰ ਖਤਮ ਕਰਨ ਦੇ ਲਈ ਅੱਜ ਦਾ ਇਹ ਇਕੱਠ ਕੀਤਾ ਹੈ। ਧਰਮ ਚਲਾਵਨ, ਸੰਤ ਉਬਾਰਨ, ਦੁਸ਼ਟ ਦੋਖਿਨ ਕੋ ਪਕੜ ਪ੍ਰਸਾਰਨ ਦਾ ਜਿਹੜਾ ਮਿਸ਼ਨ ਲੈ ਕੇ ਪ੍ਰਮਾਤਮਾ ਦੇ ਕੋਲੋਂ ਮੈਂ ਆਇਆ। ਜਾਹੇ ਤਹਾਂ
ਤਾਂ ਧਰਮ ਚਲਾਵੋ, ਕਬੁੱਧ ਕਰਨ ਤੇ ਲੋਕ ਹਟਾਵੋ ਦਾ ਜਿਹੜਾ ਮੈਂ ਕਾਰਜ ਕਰਨ ਵਾਸਤੇ ਗੁਰੂ ਪਰਮੇਸ਼ਰ ਦਾ ਹੁਕਮ ਪਾ ਕੇ ਇਸ ਮਾਤ ਲੋਕ ਵਿੱਚ ਆਇਆ, ਅੱਜ ਉਸ ਮਿਸ਼ਨ ਨੂੰ ਪੂਰਾ ਕਰਨ ਦਾ ਦਿਨ ਹੈ। ਮੈਨੂੰ ਇੱਕ ਸੀਸ ਚਾਹੀਦਾ ਹੈ। ਆਓ ਆਪਣੀ ਦੇਹੀ ਤੋਂ ਉੱਪਰ ਉੱਠ ਕੇ ਕੋਈ ਆਪਣਾ ਸੀਸ ਭੇਟ ਕਰੇ। ਤੇ ਹੁਣ ਜਦੋਂ ਗੁਰੂ ਸਾਹਿਬ ਜੀ ਨੇ ਬੜੇ ਜਾਹੋ ਜਲਾਲ ਦੇ ਵਿੱਚ ਆ ਕੇ ਇੱਕ ਸੀਸ ਦੀ ਮੰਗ ਕੀਤੀ ਤੇ ਸਾਰੇ ਪਾਸੇ ਸਨਾਟਾ ਛਾ ਗਿਆ। ਕਾਨਾ ਫੂਸੀ ਹੋਣ ਲੱਗੀ, ਕੁਸਰ ਮੁਸਰ ਹੋਣ ਲੱਗੀ। ਸੰਗਤਾਂ ਵਿੱਚੋਂ ਪਿੱਛੋਂ ਬੈਠੇ ਦੌੜਦੇ ਸ਼ੁਰੂ ਹੋ ਗਏ ਕਿ ਇਹ ਕੀ ਹੋ ਗਿਆ ਗੁਰੂ ਸਾਹਿਬ ਜੀ ਨੂੰ, ਇਹਨਾਂ ਨੇ ਸਿਰ ਵੱਢਣੇ ਸ਼ੁਰੂ ਕਰ ਦਿੱਤੇ। ਜਦੋਂ ਇੱਕ ਸਿਰ ਦੀ ਮੰਗ ਕੀਤੀ, ਇੱਕ ਵਾਰੀ ਕਿਹਾ ਨਹੀਂ ਕੋਈ ਉੱਠਿਆ, ਦੂਸਰੀ ਵਾਰੀ ਪਾਤਸ਼ਾਹ ਜੀ ਨੇ ਫਿਰ ਮੰਗ ਕੀਤੀ ਹੈ ਸਿਰ ਦੀ, ਨਹੀਂ ਕੋਈ ਉੱਠਿਆ। ਤੀਸਰੀ ਵਾਰ ਤੇ ਲਾਹੌਰ ਦੇ ਵਾਸੀ ਭਾਈ ਦਇਆ ਰਾਮ ਜੀ ਖੜੇ ਹੋਏ। ਭਾਈ ਦਇਆ ਰਾਮ ਜੀ ਖੜੇ ਹੋਏ ਤੇ ਪਾਤਸ਼ਾਹ ਕਹਿਣ ਲੱਗੇ ਪਹਿਲਾਂ ਕਿਉਂ ਨਹੀਂ ਉੱਠਿਆ ਭਾਈ ਦਇਆ ਰਾਮ? ਪਹਿਲੀ ਵਾਰੀ ਕਿਹਾ, ਦੂਜੀ ਵਾਰੀ ਕਿਹਾ। ਕਹਿਣ ਲੱਗਾ ਪਾਤਸ਼ਾਹ ਮੈਂ ਡਰਦਾ ਸੀ, ਮੈਂ ਨੀਵੀਂ ਜਾਤ ਦਾ ਹਾਂ। ਤੇ ਪਾਤਸ਼ਾਹ ਕਹਿਣ ਲੱਗੇ ਆ ਅੱਜ ਮੈਂ ਤੇਰੀ ਨੀਵੀਂ ਜਾਤ ਜਿਹੜੀ ਆ ਉਹ ਖਤਮ ਕਰ ਦੇਣੀ ਹੈ, ਤੈਨੂੰ ਉੱਚਾ ਚੁੱਕ ਦੇਣਾ ਹੈ। ਅੱਜ ਨੀਵੀਂ ਜਾਤ ਰਹਿਣ ਨਹੀਂ ਦੇਣੀ। ਭਾਈ ਦਇਆ ਰਾਮ ਜੀ ਨੂੰ ਅੰਦਰ ਲੈ ਗਏ। ਤਲਵਾਰ ਚੱਲਣ ਦੀ ਆਵਾਜ਼ ਆਈ ਏ। ਭਾਈ ਦਇਆ ਰਾਮ ਦਾ ਸੀਸ ਧੜ ਨਾਲੋਂ ਅਲੱਗ ਹੋਇਆ। ਲਹੂ ਭਿੱਜੀ ਤਲਵਾਰ ਲੈ ਕੇ ਸਤਿਗੁਰੂ ਪਾਤਸ਼ਾਹ ਜੀ ਫਿਰ ਆਏ ਮੰਚ ਤੇ। ਫਿਰ ਆ ਕੇ ਦੂਜੀ ਵਾਰੀ ਸੀਸ ਦੀ ਮੰਗ ਕੀਤੀ। ਹੁਣ ਅੱਧਾ ਪੰਡਾਲ ਖਾਲੀ ਹੋ ਚੁੱਕਾ ਸੀ। ਫਿਰ ਉਸੇ ਤਰ੍ਹਾਂ ਦੁਹਰਾਇਆ ਤੇ ਭਾਈ ਧਰਮ ਚੰਦ ਜੀ ਉੱਠੇ, ਆ ਕੇ ਆਪਣਾ ਸੀਸ ਜਿਹੜਾ ਭੇਟ ਕੀਤਾ। ਪਾਤਸ਼ਾਹ ਮੇਰਾ ਸੀਸ ਹਾਜ਼ਰ ਹੈ, ਕਿਰਪਾ ਕਰਕੇ ਪ੍ਰਵਾਨ ਕਰ ਲਵੋ। ਸਤਿਗੁਰ ਆਗਾ ਸੀਸ ਭੇਟ ਦਿਓ ਜੇ ਸਤਿਗੁਰ ਸਾਚੇ ਭਾਵ ਹੈ। ਗੁਰੂ ਸਾਹਿਬ ਜੀ ਭਾਈ ਧਰਮਚੰਦ ਨੂੰ ਅੰਦਰ ਲੈ ਗਏ। ਤਲਵਾਰ ਚੱਲਣ ਦੀ ਆਵਾਜ਼ ਆਈ। ਫਿਰ ਲਹੂ ਭਿੱਜੀ ਤਲਵਾਰ ਲੈ ਕੇ ਆਏ ਤੇ ਆ ਕੇ ਸਾਹਿਬ ਜੀ ਨੇ ਫਿਰ ਇੱਕ ਹੋਰ ਸਿਰ ਦੀ ਮੰਗ ਕੀਤੀ। ਹੁਣ ਹਿੰਮਤ ਰਾਏ ਉੱਠੇ ਕਿ ਆ ਪਾਤਸ਼ਾਹ ਮੇਰਾ ਸੀਸ ਭੇਟ ਹੈ। ਉਸੇ ਤਰ੍ਹਾਂ ਭਾਈ ਹਿੰਮਤ ਰਾਏ ਨੂੰ ਅੰਦਰ ਲਿਜਾਇਆ ਗਿਆ, ਉਹਦਾ ਸੀਸ ਵੀ ਧੜ ਨਾਲੋਂ ਅਲੱਗ ਕਰ ਦਿੱਤਾ। ਲਹੂ ਭਿੱਜੀ ਤਲਵਾਰ ਲੈ ਕੇ ਚੌਥੀ ਵਾਰੀ ਆ ਕੇ ਮੰਗ ਕੀਤੀ ਕਿ ਇੱਕ ਸੀਸ ਹੋਰ ਚਾਹੀਦਾ। ਹੁਣ ਗਿਣਤੀ ਦੇ ਸਿੰਘ ਰਹਿ ਗਏ ਤੇ ਹੁਣ ਭਾਈ ਮੋਹਕਮ ਚੰਦ ਜੀ ਉੱਠੇ। ਭਾਈ ਮੋਹਕਮ ਚੰਦ ਜੀ ਨੂੰ ਉਸੇ ਤਰ੍ਹਾਂ ਤੰਬੂ ਵਿੱਚ ਲਿਜਾ ਕੇ ਇਹਦਾ ਵੀ ਸੀਸ ਧੜ ਨਾਲੋਂ ਅਲੱਗ ਕਰ ਦਿੱਤਾ। ਫਿਰ ਲਹੂ ਭਿੱਜੀ ਤਲਵਾਰ ਲੈ ਕੇ ਪਾਤਸ਼ਾਹ ਜੀ ਨੇ ਪੰਜਵੀਂ ਵਾਰੀ ਮੰਗ ਕੀਤੀ ਕਿ ਇੱਕ ਸੀਸ ਦੀ ਹੋਰ ਲੋੜ ਹੈ। ਤੇ ਹੁਣ ਪੰਜਵੀਂ ਵਾਰੀ ਮੰਗ ਤੇ ਭਾਈ ਸਾਹਿਬ ਰਾਮ ਜੀ ਉੱਠੇ। ਉਹਨਾਂ ਨੇ ਆਪਣਾ ਸੀਸ ਜਿਹੜਾ ਗੁਰੂ ਚਰਨਾਂ ਵਿੱਚ ਅਰਪਣ ਕੀਤਾ। ਪੰਜਾਂ ਦੇ ਸੀਸ ਗੁਰੂ ਸਾਹਿਬ ਜੀ ਨੇ ਧੜ ਨਾਲੋਂ ਅਲੱਗ ਕੀਤੇ। ਸਨਾਟਾ ਛਾਇਆ ਰਿਹਾ ਤੇ ਹੁਣ ਕੁਝ ਸਮੇਂ ਬਾਅਦ ਜੋ ਸਤਿਗੁਰੂ ਪਾਤਸ਼ਾਹ ਜੀ ਹੁਣ ਲਹੂ ਨਾਲ ਭਿੱਜੀ ਤਲਵਾਰ ਲੈ ਕੇ ਬਾਹਰ ਪੰਡਾਲ ਵਿੱਚ ਨਹੀਂ ਆਏ। ਹੁਣ ਉਹਨਾਂ ਪੰਜਾਂ ਨੂੰ ਗਲਵੱਕੜੀ ਵਿੱਚ ਲੈ ਕੇ, ਜਿਵੇਂ ਚੰਦਰਮਾ ਦਾ ਪਰਿਵਾਰ ਉਹਦੇ ਤਾਰੇ ਨੇ, ਤਾਰਿਆਂ ਦੇ ਵਿੱਚ ਜਿਵੇਂ ਚੰਦਰਮਾ ਸ਼ੋਭਦਾ ਹੈ, ਸਤਿਗੁਰੂ ਪਾਤਸ਼ਾਹ ਜੀ ਨੇ ਪੰਜਾਂ ਨੂੰ ਨਵਾਂ ਜੀਵਨ ਦਾਨ ਦੇ ਕੇ ਸਤਿਗੁਰੂ ਪਾਤਸ਼ਾਹ ਜੀ ਸਟੇਜ ਤੇ ਗਲਵੱਕੜੀ ਵਿੱਚ ਲੈ ਕੇ ਮਾਨੋ ਜਿਵੇਂ ਚੰਦਰਮਾ ਤਾਰਿਆਂ ਦੇ ਵਿੱਚ ਸ਼ੋਭ ਰਿਹਾ ਹੋਵੇ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਸ਼ੋਭਾ ਪਾ ਰਹੇ ਨੇ। ਸਤਿਗੁਰੂ ਪਾਤਸ਼ਾਹ ਜੀ ਨੇ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ। ਅੰਮ੍ਰਿਤ ਤਿਆਰ ਕਰਕੇ ਅੰਮ੍ਰਿਤ ਇਹਨਾਂ ਪੰਜਾਂ ਨੂੰ ਪਿਲਾਇਆ। ਦੁਨੀਆ ਦੇ ਵਿੱਚ ਅੱਜ ਤੱਕ ਕੋਈ ਐਸਾ ਰਹਿਬਰ ਨਹੀਂ ਹੋਇਆ, ਐਸਾ ਗੁਰੂ ਨਹੀਂ ਹੋਇਆ ਜਿਹਨੇ ਆਪਣੀ ਉਮਤ ਨੂੰ ਬਰਾਬਰ ਦਾ ਦਰਜਾ ਦਿੱਤਾ ਹੋਵੇ, ਜਿਹਨੇ ਆਪਣੀ ਉਮਤ ਨੂੰ ਗੁਰੂ ਕਹਿ ਦਿੱਤਾ ਹੋਵੇ। ਇੱਥੇ ਖਾਲਸਾ ਸਜਾ ਕੇ ਪਾਤਸ਼ਾਹ ਜੀ ਨੇ ਕਿਹਾ, ਖਾਲਸਾ ਮੇਰੋ ਸੱਜਣ ਸੂਰਾ, ਖਾਲਸਾ ਮੇਰੋ ਸਤਿਗੁਰ ਪੂਰਾ, ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮਾ ਕੀ ਮੌਜ। ਸ਼ਬਦ ਵਰਤਿਆ ਪ੍ਰਗਟ, ਜਨਮ ਨਹੀਂ ਕਿਹਾ।
ਜਨਮ ਸਰੀਰ ਦਾ ਹੁੰਦਾ ਹੈ, ਜੋਤ ਪ੍ਰਗਟ ਹੁੰਦੀ ਹੈ। ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਸੰਸਾਰ ਵਿੱਚ ਆਏ ਤੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਆਪਾਂ ਪੜ੍ਹਦੇ ਹਾਂ ਤੇ ਭਾਈ ਗੁਰਦਾਸ ਜੀ ਨੇ ਸ਼ਬਦ ਵਰਤੇ, ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ। ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਹਿਰਦੇ ਵਿੱਚ ਪ੍ਰਮਾਤਮਾ ਦੀ ਜੋਤ ਪ੍ਰਗਟ ਹੋਈ। ਭੱਟਾਂ ਨੇ ਵੀ ਸਵਈਆਂ ਦੇ ਵਿੱਚ ਕਿਹਾ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ, ਨਿਰਾਕਾਰ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਸਾਕਾਰ ਰੂਪ ਦੇ ਵਿੱਚ ਆਪਣੀ ਜੋਤ ਪ੍ਰਗਟ ਕਰਕੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਰੂਪ ਵਿੱਚ ਸਮਾਤ ਲੋਕ ਤੇ ਆਉਣਾ ਕੀਤਾ। ਜੋਤ ਪ੍ਰਗਟ ਹੋਈ। ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਜਦੋਂ ਭਾਈ ਲਹਿਣਾ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਦੱਸਣ ਲੱਗੇ ਗੁਰਸਿੱਖਾਂ ਨੂੰ ਪੰਜ ਸਿੰਘ ਸਾਜ ਕੇ, ਖਾਲਸਾ ਸਾਜ ਕਰਕੇ ਪਾਤਸ਼ਾਹ ਕਹਿਣ ਲੱਗੇ, ਉਸ ਵਕਤ ਸਿੱਖੀ ਰੱਖੀ ਸੀ, ਕਸਵੱਟੀ ਵਿੱਚ ਪਰਖ ਵਿੱਚ ਖਰੇ ਉਤਰੇ ਸਨ ਭਾਈ ਲਹਿਣਾ ਜੀ, ਜਿਨ੍ਹਾਂ ਨੂੰ ਆਪਣੇ ਅੰਗ ਨਾਲ ਲਾ ਕੇ ਗੁਰੂ ਅੰਗਦ ਬਣਾ ਦਿੱਤਾ। ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਉਹ ਜੋਤ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਜੀ ਦੇ ਵਿੱਚ ਪ੍ਰਗਟ ਕਰ ਦਿੱਤੀ। ਅਰਜਨ ਕਾਇਆ ਪਲਟ ਕੈ ਮੂਰਤ ਹਰ ਗੋਬਿੰਦ ਸਵਾਰੀ, ਜੋਤ ਓਹਾ ਜੁਗਤ ਸਾਏ ਸਹਿ ਕਾਇਆ ਫਿਰ ਪਲਟੀਐ। ਕਾਇਆ ਬਦਲੀ ਹੈ, ਜੋਤ ਨਹੀਂ ਬਦਲੀ। ਜੋਤ ਉਹੀ ਦਸਾਂ ਜਾਮਿਆਂ ਵਿੱਚ ਵਿਚਰੀ ਹੈ। ਤੇ ਹੁਣ ਜਦੋਂ ਖਾਲਸਾ ਸਾਜਿਆ ਤੇ ਖਾਲਸੇ ਨੂੰ ਪਾਤਸ਼ਾਹ ਜੀ ਨੇ ਕਿਹਾ, ਪ੍ਰਗਟਿਓ ਖਾਲਸਾ ਪ੍ਰਮਾਤਮਾ ਕੀ ਮੌਜ। ਇਹ ਪ੍ਰਮਾਤਮਾ ਦੀ ਮੌਜ ਨਾਲ ਖਾਲਸਾ ਪ੍ਰਗਟ ਹੋਇਆ। ਉਹ ਜਿਹੜੀ ਜੋਤ ਸੀ ਸਰੀਰ ਕਰਕੇ ਪੰਥ ਦੇ ਵਿੱਚ ਪ੍ਰਗਟ ਕਰ ਦਿੱਤੀ ਤੇ ਆਤਮਾ ਕਰਕੇ ਗੁਰੂ ਗ੍ਰੰਥ ਸਾਹਿਬ ਵਿੱਚ ਪ੍ਰਗਟ ਕਰ ਦਿੱਤੀ। ਖਾਲਸਾ ਸਾਜ ਕੇ ਖਾਲਸੇ ਨੂੰ ਲੜ ਕਿਹਦੇ ਲਾਇਆ? ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਲੜ ਲਾਇਆ ਤੇ ਹੁਕਮ ਕੀਤਾ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ। ਇੱਥੇ ਸ਼ਬਦ ਫਿਰ ਪ੍ਰਗਟ ਆਇਆ ਹੈ। ਹੁਣ ਇੱਥੇ ਜਿਹੜੀ ਆਤਮਾ ਕਰਕੇ ਜੋਤ ਉਹ ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਪਾਤਸ਼ਾਹ ਵਿੱਚ ਪ੍ਰਗਟ ਕਰ ਦਿੱਤੀ। ਔਰ ਜਿਹੜੇ ਪੰਜ ਕਕਾਰੀ ਰਹਿਤ ਸੀ ਉਹ ਖਾਲਸੇ ਨੂੰ ਦਿੱਤੀ ਹੈ ਗੁਰੂ ਪਾਤਸ਼ਾਹ ਜੀ ਨੇ। ਰਹਿਤ ਬਹਿਤ ਦਰਸਾਈ ਹੈ ਔਰ ਚਾਰ ਬੱਜਰ ਕੁਰੈਤਾਂ ਤੋਂ ਸੁਚੇਤ ਰਹਿਣ ਦਾ ਪਾਤਸ਼ਾਹ ਜੀ ਨੇ ਹੁਕਮ ਦਿੱਤਾ ਹੈ। ਤੇ ਨਾਲ ਹੀ ਪਾਤਸ਼ਾਹ ਜੀ ਨੇ ਕਿਹਾ ਸੀ, ਜਬ ਰ ਖਾਲਸਾ ਰਹਿ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ। ਕਹਿਣ ਲੱਗੇ ਜਦੋਂ ਤੱਕ ਖਾਲਸਾ ਨਿਆਰੇਪਣ ਵਿੱਚ ਰਹੇਗਾ, ਨਿਆਰਾ ਰਹੇਗਾ, ਉਦੋਂ ਤੱਕ ਇਹਨੂੰ ਸਾਰਾ ਬਲ ਮੈਂ ਬਖਸ਼ਦਾ ਰਹਾਂਗਾ, ਤੇਜ ਪ੍ਰਤਾਪ ਰਹੇਗਾ। ਤੇ ਜਾਬੇ ਗਹਿ ਵਿਪਰਨ ਕੀ ਰੀਤ ਮੈਂ ਨਾ ਕਰੋ ਇਨ ਕੀ ਪ੍ਰਤੀਤ। ਪਾਤਸ਼ਾਹ ਕਹਿਣ ਲੱਗੇ ਜਦੋਂ ਬਾਣਾ ਪਹਿਨ ਕੇ ਵੀ ਵਿਪਰ ਵਾਲੀਆਂ ਰੀਤਾਂ ਕਰੇਗਾ ਨਾ, ਕਰਮ ਕਾਂਡਾਂ ਵਿੱਚ ਪਖੰਡਾਂ ਵਿੱਚ ਪਿਆ ਰਹੇਗਾ, ਤੇ ਫਿਰ ਇਹਦੀ ਸਾਰ ਇਹਦੀ ਬਾਤ ਫਿਰ ਮੈਂ ਵੀ ਨਹੀਂ ਪੁੱਛਣੀ। ਖਵਾਰ ਹੁੰਦੇ ਆ ਨਾ, ਅੱਜ ਖਵਾਰ ਹੋ ਰਹੇ ਆ, ਅੱਜ ਹਾਲਾਤ ਕੀ ਬਣੇ ਹੋਏ ਨੇ, ਕਿੱਥੇ ਖੜ ਗਏ ਆ ਕੇ। ਅੱਜ ਸਾਡੀਆਂ ਵਿਪਰ ਵਾਲੀਆਂ ਰੀਤਾਂ ਹੋ ਗਈਆਂ, ਪਾ ਕੇ ਬਾਣਾ ਵੀ ਅਸੀਂ ਵਿਪਰ ਵਾਲੀਆਂ ਰੀਤਾਂ ਕਰ ਰਹੇ ਹਾਂ। ਕਰਮ ਕਾਂਡਾਂ ਵਿੱਚੋਂ ਅੱਜ ਵੀ ਨਹੀਂ ਨਿਕਲੇ, ਜਿਨ੍ਹਾਂ ਪਖੰਡਾਂ ਕਰਮ ਕਾਂਡਾਂ ਚੋਂ ਕੱਢ ਕੇ ਗੁਰੂ ਨੇ ਨਿਰਾਲਾ ਬਣ ਦਿੱਤਾ ਸੀ, ਨਿਆਰਾ ਬਣ ਦਿੱਤਾ ਸੀ, ਖਾਲਸ ਬਣਾਇਆ ਸੀ। ਅੱਜ ਸਾਡੇ ਵਿੱਚ ਫਿਰ ਮਿਲਾਵਟ ਹੋ ਗਈ, ਅੱਜ ਫਿਰ ਮਿਲਾਵਟ ਹੋ ਗਈ। ਉਹ ਨਿਰਾਲਾ ਬਣ ਜਾਂਦਾ ਰਿਹਾ, ਉਹ ਨਿਆਰਾ ਬਣ ਜਾਂਦਾ ਰਿਹਾ। ਜਿਹੜਾ ਪਾਤਸ਼ਾਹ ਜੀ ਨੇ ਭਾਈ ਜੈਤਾ ਜੀ ਨੂੰ ਪੁੱਛਿਆ ਸੀ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦੀ ਸ਼ਹਾਦਤ ਵੇਲੇ ਕਿ ਦਿੱਲੀ ਵਿੱਚ ਸਿੱਖ ਨਹੀਂ ਸਨ, ਤੇ ਭਾਈ ਜੈਤਾ ਜੀ ਕਹਿਣ ਲੱਗੇ ਪਾਤਸ਼ਾਹ ਹੋਣਗੇ, ਪੱਗਾਂ ਸਾਰੇ ਬੰਨ੍ਹਦੇ ਸੀ, ਖਾਲਸੇ ਦੀ ਕਿਹੜੀ ਕੋਈ ਵੱਖਰੀ ਪਹਿਚਾਣ ਹੈ? ਤੇ ਪਾਤਸ਼ਾਹ ਕਹਿਣ ਲੱਗੇ ਸਿੱਖ ਨੂੰ ਵੱਖਰੀ ਪਹਿਚਾਣ ਦੇਵਾਂਗਾ, ਸਿੱਖ ਨੂੰ ਨਿਆਰਾਪਣ ਦੇਵਾਂਗਾ। ਜਿਹੜਾ ਦੁਨੀਆ ਤੇ ਖੜਾ ਉਹਦੀ ਵੱਖਰੀ ਪਹਿਚਾਣ ਹੋਵੇਗੀ, ਉਹਦੀ ਵੱਖਰੀ ਆਇਡੈਂਟੀਟੀ ਹੋਵੇਗੀ। ਅੱਜ ਝਾਤ ਮਾਰੀਏ ਜਿਹੜੇ ਬਚਨ ਗੁਰੂ ਪਾਤਸ਼ਾਹ ਜੀ ਨੇ ਕਿਹਾ ਸੀ, ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ, ਚਾਰ ਮੂਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਅੱਜ ਜਿਹੜਾ ਫਰੀਦ ਸਾਹਿਬ ਕਹਿੰਦੇ ਨੇ ਨਾ, ਆਪਣੜੇ ਗਰੀਵਾਨ ਮੈਂ ਸਿਰ ਨੀਵਾਂ ਕਰ ਦੇਖ, ਜਿਹੜਾ ਅੰਦਰ ਝਾਤ ਮਾਰੀਏ ਕਿ ਅਸੀਂ ਗੁਰੂ ਸਾਹਿਬ ਦੇ ਲਾਲਾਂ ਵਰਗੇ ਨਜ਼ਰ ਆਉਂਦੇ ਆ, ਕਿ ਅਸੀਂ ਗੁਰੂ ਸਾਹਿਬ ਦੇ ਦੱਸੇ ਰਸਤੇ ਤੇ ਤੁਰ ਰਹੇ ਆ, ਕਿ ਉਹਦੇ ਦਿੱਤੀ ਹੋਈ ਦਾਤ ਅੰਮ੍ਰਿਤ ਹੀ ਛਕਿਆ। ਇਹ ਸਾਨੂੰ ਅੰਦਰ ਪੜਚੋਲ ਕਰਨ ਦੀ ਲੋੜ ਹੈ, ਅੰਦਰ ਝਾਤ ਮਾਰਨ ਦੀ ਲੋੜ ਹੈ। ਸਵਾਲ ਕਰਦੇ ਆ ਕਿ ਅੰਮ੍ਰਿਤ ਛਕ ਲਓ, ਮੇਰਾ ਮਨ ਬੜਾ ਸੱਚਾ ਹੈ ਜੀ, ਮੇਰਾ ਮਨ ਬੜਾ ਸੁੱਚਾ ਪਵਿੱਤਰ ਹੈ, ਮੈਨੂੰ ਅੰਮ੍ਰਿਤ ਛਕਣ ਦੀ ਕੀ ਲੋੜ ਹੈ?
ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਤੋਂ ਉੱਪਰ ਤਾਂ ਨਹੀਂ ਮਨ ਤੇਰਾ ਸਿੱਖਾ ਸੁੱਚਾ ਪਵਿੱਤਰ। ਉਹਨਾਂ ਨੇ ਇਹੀ ਕਿਹਾ ਸੀ ਕਿ ਕੱਲ ਨੂੰ ਸਵਾਲ ਨਾ ਉੱਠੇ। ਆਪ ਗੁਰੂ ਚੇਲੇ ਵਾਲੀ ਰੀਤ ਨੂੰ ਧਾਰਨ ਕਰਦੇ ਆ, ਗੁਰੂ ਚੇਲੇ ਵਾਲੀ ਰੀਤ ਖਤਮ ਕਰਦੇ ਆ। ਖਾਲਸੇ ਨੂੰ ਪਾਤਸ਼ਾਹ ਜੀ ਨੇ ਰਹਿਮਤਾਂ ਬਖਸ਼ਿਸ਼ਾਂ ਦੇ ਨਾਲ ਨਵਾਜਦਿਆਂ ਹੋਇਆਂ ਪੰਜਾਂ ਦੇ ਪਾਸੋਂ ਅੰਮ੍ਰਿਤ ਛਕਿਆ, ਤੇ ਫਿਰ ਗੁਰੂ ਨੇ ਅੰਮ੍ਰਿਤ ਛਕਣ ਦੀ ਕੀ ਲੋੜ ਸੀ। ਸੋ ਆਓ ਜਿੱਥੇ ਅੱਜ ਖਾਲਸਾ ਸਾਜਨਾ ਦਿਵਸ ਮਨਾ ਰਹੇ ਆ, ਉੱਥੇ ਇਹ ਨਾ ਹੋਵੇ ਕਿ ਵਧਾਈਆਂ ਦੇ ਕੇ, ਲੱਡੂ ਵੰਡ ਕੇ, ਲੰਗਰ ਲਾ ਕੇ ਇੱਥੇ ਤੱਕ ਸੀਮਤ ਰਹਿ ਜਾਈਏ, ਕਿਉਂਕਿ ਜ਼ਿੰਦਗੀ ਜਿਹੜੀ ਬੀਤ ਚੁੱਕੀ ਹੈ ਉਹਦੇ ਬਾਰੇ ਪਤਾ ਹੈ, ਜਿਹੜਾ ਆਉਣ ਵਾਲਾ ਸਮਾਂ ਉਹਦੇ ਬਾਰੇ ਨਹੀਂ ਪਤਾ। ਹਮ ਆਦਮੀ ਹਾਂ ਇੱਕ ਦਮੀ ਮੁਹਲਤ ਮੌਤ ਨਾ ਜਾਣਾ। ਇਹ ਸਮਾਂ ਕਿਤੇ ਵਿਹਾ ਨਾ ਜਾਵੇ। ਆਉਣ ਵਾਲੇ ਸਮੇਂ ਬਾਰੇ ਨਹੀਂ ਪਤਾ ਕਿ ਜੀਵਨ ਕਿੰਨਾ ਹੈ। ਅਸੀਂ ਕਹਿ ਦਿੰਦੇ ਹਾਂ ਕੋਈ ਨਹੀਂ ਜੀ, ਬਹੁਤ ਉਮਰ ਹੈ, ਛਕ ਲਵਾਂਗੇ ਅੰਮ੍ਰਿਤ, ਅਜੇ ਕਿਹੜਾ ਸਮਾਂ ਹੈ। ਗੁਰੂ ਪਾਤਸ਼ਾਹ ਜੀ ਨੇ ਬਾਣਾ ਦਿੱਤਾ ਖਾਲਸੇ ਨੂੰ, ਬਾਣੀ ਦਿੱਤੀ ਹੈ ਖਾਲਸੇ ਨੂੰ। ਬਾਣੀ ਤੇ ਬਾਣੇ ਦੇ ਧਾਰਨੀ ਬਣਾਇਆ। ਬਾਣੀ ਬਾਣਾ ਪੰਖ ਪਛਾਣੋ, ਸਿੰਘ ਗੁਰੂ ਕਾ ਪੰਛੀ ਜਾਣੋ। ਬਾਣੀ ਤੇ ਬਾਣੇ ਨਾਲ ਜੋੜਿਆ। ਪਾਤਸ਼ਾਹ ਜੀ ਨੇ ਕਿਹਾ ਸੀ ਜਿਹੜਾ ਖਾਲਸੇ ਨੂੰ ਬਾਣਾ ਦਿੱਤਾ ਕੋਈ ਆਮ ਦੁਨਿਆਵੀ ਇਹ ਪਹਿਰਾਵਾ ਨਹੀਂ, ਇਹ ਅਕਾਲ ਦਾ ਬਾਣਾ ਹੈ। ਤੇ ਜਦੋਂ ਅਕਾਲ ਦਾ ਬਾਣਾ ਪਹਿਨ ਕੇ ਪੁੱਛਿਆ ਗੁਰੂ ਪਾਤਸ਼ਾਹ ਜੀ ਨੂੰ ਕਿ ਖੁਸ਼ੀਆਂ ਜੇ ਤੁਹਾਡੀਆਂ ਲੈਣੀਆਂ ਹੋਣ, ਤੇ ਪਾਤਸ਼ਾਹ ਕਹਿਣ ਲੱਗੇ ਦਿੱਤਾ ਹੋਇਆ ਅਕਾਲ ਦਾ ਬਾਣਾ ਪਹਿਨ ਕੇ ਜਦੋਂ ਮੇਰਾ ਸਿੱਖ ਸ਼ਸਤਰ ਧਾਰੀ ਹੋ ਕੇ ਤਿਆਰ ਬਰ ਤਿਆਰ ਹੋ ਕੇ ਮੇਰੇ ਸਾਹਮਣੇ ਆਵੇਗਾ, ਮੈਂ ਸਾਰੀਆਂ ਖੁਸ਼ੀਆਂ ਉਹਦੇ ਤੋਂ ਨਿਸ਼ਾਵਰ ਕਰ ਦਿਆਂਗਾ। ਨੰਦੇੜ ਦੀ ਧਰਤੀ ਤੇ ਸਤਿਗੁਰੂ ਪਾਤਸ਼ਾਹ ਪਹੁੰਚਦੇ ਨੇ, ਤੇ ਨੰਦੇੜ ਪਹੁੰਚ ਕੇ ਕੁਝ ਸਮਾਂ ਹੋਇਆ, ਭਾਈ ਦਇਆ ਸਿੰਘ ਨੂੰ ਮੁਖਾਤਬ ਹੋ ਕੇ ਗੁਰੂ ਪਾਤਸ਼ਾਹ ਕਹਿਣ ਲੱਗੇ, ਭਾਈ ਦਇਆ ਸਿੰਘਾ, ਸੱਚਖੰਡ ਪਿਆਨਾ ਕਰਨ ਨੂੰ ਮਨ ਕਰਦਾ ਹੈ। ਤੇ ਭਾਈ ਦਇਆ ਸਿੰਘ ਕਹਿਣ ਲੱਗੇ, ਪਾਤਸ਼ਾਹ ਤਕਰੀਬਨ 43 ਸਾਲ ਦੀ ਉਮਰ ਹੈ, ਅਜੇ ਜਵਾਨੀ ਦਾ ਪਹਿਰ ਹੈ, ਸਾਰੀ ਉਮਰ ਜੰਗਾਂ ਯੁੱਧਾਂ ਵਿੱਚ ਲੰਘ ਗਈ, ਕੁਝ ਸਮਾਂ ਹੁਣ ਸੁੱਖ ਦਾ ਆਇਆ ਤੇ ਤੁਸੀਂ ਸੱਚਖੰਡ ਪਿਆਨਾ ਕਰਨਾ ਚਾਹੁੰਦੇ ਹੋ। ਕਹਿਣ ਲੱਗੇ, ਭਾਈ ਦਇਆ ਸਿੰਘ ਮੈਂ ਆਪਣੇ ਖਾਲਸੇ ਕੋਲੋਂ ਕੁਝ ਵੀ ਲੁਕਾ ਕੇ ਨਹੀਂ ਰੱਖਿਆ, ਸਰਬੰਸ ਸਾਰਾ ਵਾਰ ਦਿੱਤਾ, ਆਨੰਦਾਂ ਦੀ ਪੂਰੀ ਤਿਆਗ ਦਿੱਤੀ, ਬੜੇ ਜਿਹੜੇ ਧਰਮ ਗ੍ਰੰਥ ਸਨ ਸਰਸਾ ਦੀ ਭੇਟ ਚੜ੍ਹ ਗਏ, ਸਾਰਾ ਕੁਝ ਖਾਲਸੇ ਲਈ ਕੁਰਬਾਨ ਕਰ ਦਿੱਤਾ। ਅੱਜ ਇੱਕ ਚੀਜ਼ ਬਚੀ ਹੈ, ਉਹ ਵੀ ਖਾਲਸੇ ਤੋਂ ਕੁਰਬਾਨ ਕਰਨ ਨੂੰ ਮਨ ਕਰਦਾ ਹੈ। ਪਾਤਸ਼ਾਹ ਉਹ ਕੀ ਹੈ? ਕਹਿਣ ਲੱਗੇ, ਇੱਕ ਜਵਾਨੀ ਬਚੀ ਹੈ, ਜਿਹੜੀ ਜਵਾਨੀ ਦੀ ਗੱਲ ਤੂੰ ਕਰਦਾ ਕਿ ਅਜੀ ਜਵਾਨੀ ਦੀ ਉਮਰ ਹੈ, ਮਨ ਕਰਦਾ ਕਿ ਉਹ ਜਵਾਨੀ ਵੀ ਖਾਲਸੇ ਤੋਂ ਵਾਰਦੇ ਆ, ਮੇਰਾ ਖਾਲਸਾ ਸਦਾ ਜਵਾਨ ਰਹੇ। ਅੱਜ ਅਸੀਂ ਤਾਂ ਦਾੜੀਆਂ ਕਾਲੀਆਂ ਕਰਕੇ, ਕੇਸ ਕਾਲੇ ਕਰਕੇ ਜਵਾਨ ਬਣੇ ਫਿਰਦੇ ਹਾਂ। ਪਾਤਸ਼ਾਹ ਨੇ ਤਾਂ ਆਪਣੀ ਜਵਾਨੀ ਵੀ ਸਾਡੇ ਲਈ ਵਾਰ ਦਿੱਤੀ। ਜਵਾਨ ਉਹ ਨੇ ਗੁਰਮੁਖ ਬੁੱਢੇ ਕਦੇ ਨਹੀਂ, ਜਿਨ੍ਹਾਂ ਅੰਤਰ ਸੁਰਤ ਗਿਆਨ। ਸੋ ਐਸੇ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ, ਜਿਨ੍ਹਾਂ ਨੇ ਨਿਮਾਣੇ ਲਤਾੜੇ ਲੋਕਾਂ ਨੂੰ, ਜਿਹੜੇ ਜ਼ੁਲਮ ਨੂੰ ਆਪਣੀ ਪ੍ਰਾਲਬਧ ਸਮਝਦੇ ਸਨ, ਜ਼ੁਲਮ ਦੀ ਚੱਕੀ 'ਚ ਪਿਸ ਰਹੇ ਸਨ, ਜਿਨ੍ਹਾਂ ਨੂੰ ਸਾਰੇ ਦੁਨੀਆ ਦੇ ਲੋਕ ਤਿਰਸਕਾਰਦੇ ਸੀ, ਉਹਨਾਂ ਨੂੰ ਉੱਚਾ ਚੁੱਕਿਆ। ਇਨ ਗਰੀਬ ਸਿੱਖਣ ਕੋ ਦੇਉ ਪਾਤਸ਼ਾਹੀ ਯਾਦ ਰੱਖੈ, ਹਮਰੇ ਗੁਰਿਆਈਏ। ਪਾਤਸ਼ਾਹੀਆਂ ਬਖਸ਼ਿਸ਼ ਕੀਤੀਆਂ ਗੁਰੂ ਪਾਤਸ਼ਾਹ ਜੀ ਨੇ। ਐਸੇ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਦੇ ਕੀਤੇ ਹੋਏ ਪਰਉਪਕਾਰ, ਜਿਹੜੇ ਆਨੰਦਾਂ ਦੇ ਪੁਰੀ ਆਨੰਦਪੁਰ ਦੀ ਧਰਤੀ ਤੋਂ ਗੁਰੂ ਪਾਤਸ਼ਾਹ ਜੀ ਨੇ ਪਰਉਪਕਾਰ ਕੀਤੇ, ਇਹ ਭਾਰਤ ਦੇ ਧਰਤੀ, ਭਾਰਤ ਦੇ ਵਾਸੀ ਲੋਕ ਕਦੀ ਵੀ ਇਹ ਕਰਜ਼ ਚੁਕਾ ਨਹੀਂ ਸਕਦੇ। ਉਹ ਆਨੰਦਾਂ ਦੀ ਪੁਰੀ ਨੂੰ ਨਮਸਕਾਰ ਕਰਨਾ ਬਣਦੀ ਹੈ, ਬਾਰ-ਬਾਰ ਉਸ ਧਰਤੀ ਨੂੰ ਸਿਰ ਝੁਕਾਉਣਾ ਬਣਦਾ, ਜਿੱਥੋਂ ਗੁਰੂ ਸਾਹਿਬ ਜੀ ਨੇ ਬਖਸ਼ਿਸ਼ਾਂ ਕੀਤੀਆਂ। ਤੇ ਖਾਲਸਾ ਅੱਜ ਦਾ ਉਹ ਦਿਨ ਜਿੱਥੇ ਗੁਰੂ ਸਾਹਿਬ ਜੀ ਨੇ ਖਾਲਸੇ ਨੂੰ ਨਿਰਾਲਾ ਬਣ ਦਿੱਤਾ। ਆ ਉਸ ਨਿਆਰੇਪਣ ਦੀ ਰੀਤ ਨੂੰ ਅਪਣਾਉਂਦੇ ਆ, ਅੰਮ੍ਰਿਤ ਛਕ ਕੇ ਤਿਆਰ ਬਰ ਤਿਆਰ ਹੋਈਏ। ਅੱਜ ਅੰਮ੍ਰਿਤ ਦਾ ਬਾਟਾ ਸਤਿਗੁਰੂ ਪਾਤਸ਼ਾਹ ਜੀ ਦੇ ਇਸ ਪਾਵਨ ਅਸਥਾਨ ਵਿਖੇ ਤਿਆਰ ਕੀਤਾ ਜਾਣਾ ਹੈ। ਆਓ ਗੁਰੂ ਪਿਆਰ ਵਾਲਿਓ, ਜਿੱਥੇ ਖਾਲਸਾ ਸਾਜਨਾ ਦਿਵਸ ਮਨਾ ਰਹੇ ਆ, ਇਹ ਕਿਤੇ ਐਵੇਂ ਮਨਾ ਕੇ ਐਦਾਂ ਹੀ ਨਾ ਲੰਘ ਜਾਵੇ। ਗੁਰੂ ਵਾਲੇ ਬਣ ਕੇ ਆਪਣੇ ਜੀਵਨ ਨੂੰ ਸਫਲ ਕਰੀਏ। ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਨੇ ਜਿਹੜੇ ਪੁੱਤਰ ਕਹਿ ਕੇ ਸਾਡੇ ਵੱਲ ਇਸ਼ਾਰਾ ਕਰਕੇ ਸਾਰਾ ਕੁਝ ਕੁਰਬਾਨ ਕੀਤਾ, ਉਹ ਉਹਦੇ ਸਾਹਿਬਜ਼ਾਦਿਆਂ ਵਰਗੇ ਬਣਨ ਦਾ ਯਤਨ ਕਰੀਏ। ਬਾਣੀ ਬਾਣੇ ਨਾਲ ਜੁੜੀਏ। ਖਾਲਸਾ ਪ੍ਰਗਟ ਦਿਵਸ ਦੀ
ਆਪ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ। ਸਤਿਗੁਰੂ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਜੋ ਪਾਵਨ ਮੁਖ ਵਾਕ ਬਖਸ਼ਿਸ਼ ਕੀਤੇ, ਬਾਦਸ਼ਾਹ ਜੀ ਰਹਿਮਤ ਕਰਦੇ ਆ। ਸਤਿਗੁਰੂ ਪਾਤਸ਼ਾਹ ਜੀ ਨੇ ਮੂਲ ਮੰਤਰ ਉਚਾਰਨ ਕੀਤਾ, ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਇੱਕ ਹੈ, ਨਿਰਾਕਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੋ ਸਤਨਾਮ ਸਤ ਚੇਤਨ ਸਵਰੂਪ ਹੈ, ਕਰਤਾ ਪੁਰਖ ਸਾਰਾ ਕੁਛ ਕਰਨ ਵਾਲਾ ਉਹ ਅਕਾਲ ਪੁਰਖ ਵਾਹਿਗੁਰੂ ਹੈ, ਨਿਰਭਉ ਉਹਨੂੰ ਕਿਸੇ ਦਾ ਕੋਈ ਭਾਉ ਨਹੀਂ, ਉਹ ਡਰ ਤੋਂ ਰਹਿਤ ਹੈ, ਨਿਰਵੈਰ ਉਹ ਵੈਰ ਤੋਂ ਰਹਿਤ ਹੈ, ਉਹਦਾ ਕਿਸੇ ਨਾਲ ਕੋਈ ਵੈਰ ਨਹੀਂ, ਅਕਾਲ ਮੂਰਤ ਉਹ ਕਾਲ ਦੇ ਵਸ ਵਿੱਚ ਨਹੀਂ, ਉਹ ਕਾਲ ਤੋਂ ਰਹਿਤ ਹੈ, ਅਜੂਨੀ ਉਹ ਜੂਨੀਆਂ ਵਿੱਚ ਨਹੀਂ ਆਉਂਦਾ, ਸਭੰ ਉਹਨੂੰ ਕਿਸੇ ਨੇ ਨਹੀਂ ਬਣਾਇਆ, ਉਹ ਸਵੈਮ ਆਪ ਬਣਿਆ। ਐਸੇ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਗੁਰੂ ਦੀ ਕਿਰਪਾ ਨਾਲ ਹੁੰਦੀ ਹੈ। ਸੁਹੀ ਰਾਗ ਅੰਦਰ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਪਾਵਨ ਸ਼ਬਦ ਉਚਾਰਨ ਕਰਕੇ ਸਾਨੂੰ ਮੱਖਣ ਦੀ ਉਦਾਹਰਣ ਦੇ ਕੇ ਸਮਝਾਉਂਦੇ ਨੇ। ਪਹਿਲੇ ਸਮਿਆਂ ਦੇ ਦੌਰਾਨ ਮਾਤਾਵਾਂ ਦੁੱਧ ਰਿੜਕਦੀਆਂ ਸਨ, ਅੱਜ ਭਾਵੇਂ ਮੱਖਣ ਕੱਢਣ ਦੇ ਤਰੀਕੇ ਹੋਰ ਆ ਗਏ, ਪਰ ਉਦੋਂ ਲੱਕੜ ਦੀ ਮਧਾਣੀ ਮਿੱਟੀ ਦੇ ਭਾਂਡੇ ਦੇ ਵਿੱਚ ਪਾ ਕੇ ਦੁੱਧ ਰਿੜਕਿਆ ਜਾਂਦਾ ਸੀ, ਜਿਹੜਾ ਜਮਾਇਆ ਹੁੰਦਾ ਸੀ, ਦਹੀਂ ਜੰਮਿਆ ਹੁੰਦਾ ਸੀ, ਤੇ ਉਹਨੂੰ ਰਿੜਕਦਿਆਂ ਹੋਇਆਂ ਉਹ ਲੱਕੜ ਦੀ ਮਧਾਣੀ ਦੇ ਦੁਆਲੇ ਇੱਕ ਰੱਸੀ ਜਿਹੜੀ ਸੀ ਪਾ ਕੇ ਉਹਦੇ ਅੱਗੇ ਲੱਕੜ ਦੀਆਂ ਦੋ ਗੁੱਟੀਆਂ ਬਣਾ ਕੇ ਬੰਨ੍ਹੀਆਂ, ਜਿਹਨੂੰ ਈਟੀ ਕਿਹਾ ਜਾਂਦਾ ਸੀ, ਉਹਨੂੰ ਹੱਥ ਵਿੱਚ ਪਕੜ ਕੇ ਬੜੇ ਆਰਾਮ ਨਾਲ ਦੁੱਧ ਰਿੜਕਿਆ ਜਾਂਦਾ। ਉਹ ਦਹੀਂ ਰਿੜਕਦੇ ਸਹਿਜ ਬਲੋਵੋ ਜੈਸੇ ਤਤ ਨਾ ਜਾਈ, ਪਾਤਸ਼ਾਹ ਜੀ ਵੀ ਕਹਿੰਦੇ ਨੇ, ਤੇ ਬੜੇ ਆਰਾਮ ਦੇ ਨਾਲ ਦੁੱਧ ਰਿੜਕਣਾ ਤਾਂ ਕਿ ਕਿਤੇ ਮੱਖਣ ਲੱਸੀ ਦੇ ਵਿੱਚ ਨਾ ਘੁਲ ਜਾਵੇ, ਮੱਖਣ ਪ੍ਰਾਪਤ ਹੋ ਜਾਵੇ। ਤੇ ਪਹਿਲਾਂ ਜਿਹੜਾ ਉਹ ਦੁੱਧ ਵਾਲਾ ਭਾਂਡਾ ਸੀ ਉਹ ਚੰਗੀ ਤਰ੍ਹਾਂ ਸਾਫ਼ ਕਰਨਾ, ਚੰਗੀ ਤਰ੍ਹਾਂ ਧੋ ਬਣਾ ਕੇ ਉਹਨੂੰ ਸੁਕਾਉਣਾ, ਸੁਕਾ ਕੇ ਫਿਰ ਉਹਦੇ ਵਿੱਚ ਦੁੱਧ ਪਾਉਣਾ। ਇਹ ਉਦਾਹਰਣ ਦੇ ਕੇ ਗੁਰੂ ਪਾਤਸ਼ਾਹ ਜੀ ਨੇ ਸਮਝਾਇਆ ਹੈ। ਪਾਤਸ਼ਾਹ ਜੀ ਕਹਿੰਦੇ ਕਿ ਹਿਰਦਾ ਰੂਪੀ ਜਿਹੜਾ ਤੇਰਾ ਅੰਤਸ਼ਕਰਨ ਰੂਪੀ ਭਾਂਡਾ ਹੈ ਉਹਨੂੰ ਧੋਣਾ ਕਰ ਨਾਮ ਰੂਪੀ ਜਲ ਦੇ ਨਾਲ, ਤੇ ਇਹ ਭਾਂਡੇ ਨੂੰ ਅੰਤਸ਼ਕਰਨ ਭਾਂਡੇ ਨੂੰ ਧੋ ਕੇ ਫਿਰ ਤੂੰ ਦੁੱਧ ਲੈਣ ਜਾ। ਦੁੱਧ ਕਿਹੜਾ ਹੈ? ਸ਼ੁਭ ਕਰਮ ਕਰਨੇ ਇਹ ਦੁੱਧ ਹੈ, ਤੇ ਉਹਦੇ ਨਾਲ ਸੁਰਤ ਜੋੜਨੀ ਇਹ ਜਾਗ ਲਗਾਉਣਾ ਹੈ। ਹੋਏ ਨਿਰਾਸ਼ ਜਮਾਵੋ ਤੇ ਸੰਸਾਰ ਦੀਆਂ ਆਸਾਂ ਤੋਂ ਨਿਰਲੇਪ ਹੋ ਜਾਣਾ, ਉੱਚੇ ਉੱਠ ਜਾਣਾ। ਇਸ ਤਰੀਕੇ ਦੇ ਨਾਲ ਇਹ ਦੁੱਧ ਨੂੰ ਜਮਾਉਣਾ ਕਰੋ। ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਣਾ ਹੀ ਲੇਖੇ ਵਿੱਚ ਹੈ, ਔਰ ਦੁਨੀਆ ਦੇ ਕੀਤੇ ਹੋਏ ਜਿੰਨੇ ਯਤਨ ਨੇ ਉਹ ਸਭ ਨਿਰਾਫਲ ਨੇ, ਕਿਸੇ ਕੰਮ ਨਹੀਂ ਆਉਣ ਵਾਲੇ। ਇਹ ਮਨ ਨੂੰ ਵਸ ਵਿੱਚ ਕਰਨਾ ਉਹ ਈਟੀਆਂ ਫੜਨਾ ਹੈ, ਜਿਵੇਂ ਮਾਈਆਂ ਉਹ ਲੱਕੜ ਦੀਆਂ ਗੁੱਟੀਆਂ ਨੂੰ ਹੱਥ ਵਿੱਚ ਫੜ ਕੇ ਦੁੱਧ ਰਿੜਕਦੀਆਂ। ਮਨ ਨੂੰ ਕਾਬੂ ਦੇ ਵਿੱਚ ਕਰਕੇ ਦੁੱਧ ਰਿੜਕਣਾ, ਤੇ ਇਹਦੇ ਉੱਤੇ ਮਨ ਦੇ ਉੱਤੇ ਮਾਇਆ ਦੀ ਨੀਂਦ ਨਾ ਆਉਣ ਦੇਣੀ, ਪ੍ਰਭਾਵ ਨਾ ਪੈਣ ਦੇਣਾ, ਸੁਚੇਤ ਰਹਿਣਾ। ਇਸ ਤਰ੍ਹਾਂ ਦੇ ਨਾਲ ਦੁੱਧ ਰਿੜਕਣਾ ਕਰ। ਰਸਨਾ ਦੇ ਦੁਆਰਾ ਜਿਵੇਂ ਦੁੱਧ ਨੂੰ ਦਹੀਂ ਨੂੰ ਮੱਥ ਕੇ ਮੱਖਣ ਕੱਢਿਆ ਜਾਂਦਾ ਹੈ, ਰਸਨਾ ਦੁਆਰਾ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਜਪ ਕਰਕੇ ਅੰਮ੍ਰਿਤ ਰੂਪੀ ਨਾਮ ਰਸ ਨੂੰ ਪ੍ਰਾਪਤ ਕਰਨਾ ਕਰ। ਮਨ ਨੂੰ ਡੱਬਾ ਬਣਾ, ਇਹਦੇ ਵਿੱਚ ਜਿਹੜਾ ਹੈ ਪ੍ਰਭੂ ਦੇ ਨਾਮ ਦਾ ਜਲ ਇਕੱਠਾ ਕਰ। ਸਤ ਸੰਗਤ ਵਿੱਚ ਜੁੜ ਕੇ ਇਹ ਇਸ਼ਨਾਨ ਕਰਨਾ ਕਰ। ਭਾਵਨ ਪਾਤੀ ਤ੍ਰਿਪਤ ਕਰੇ, ਤੇ ਸ਼ਰਧਾ ਦੇ ਪੱਤਰ ਚੜਾ ਕੇ ਉਸ ਅਕਾਲ ਪੁਰਖ ਪਰਮੇਸ਼ਰ ਨੂੰ ਤੂੰ ਤ੍ਰਿਪਤ ਕਰਨਾ ਕਰ। ਇਸ ਪ੍ਰਕਾਰ ਦੇ ਨਾਲ ਜਿਹੜਾ ਵਾਹਿਗੁਰੂ ਪਰਮੇਸ਼ਰ ਨੂੰ ਸੇਵਦਾ ਸਿਮਰਦਾ ਉਹ ਆਪਣੇ ਸਾਹਿਬ ਦੇ ਨਾਲ ਸਦਾ ਹੀ ਉਹਦਾ ਆਨੰਦ ਮਾਣਦਾ ਹੈ, ਉਹਨੂੰ ਆਪਣੇ ਹਿਰਦੇ ਅੰਦਰ ਪ੍ਰਾਪਤ ਕਰਕੇ ਉਹਦੇ ਆਨੰਦ ਵਿੱਚ ਖੇੜਾ ਸਦਾ ਉਹਦੇ ਜੀਵਨ ਅੰਦਰ ਬਣਿਆ ਰਹਿੰਦਾ ਹੈ। ਦੁਨੀਆ ਤੇ ਬੜੇ ਲੋਕ ਆਏ ਜਿਹੜੇ ਕਹਿ ਕੇ ਚਲੇ ਗਏ, ਪਰ ਉਹਦੀ ਬਰਾਬਰੀ ਕੋਈ ਨਹੀਂ ਕਰ ਸਕਦਾ। ਭਗਤਹੀਨ ਨਾਨਕ ਜਨ ਜੰਪੈ ਹਉ ਸਲਾਹੀ ਸੱਚਾ ਸੋਈ। ਦੁਨੀਆ ਦੇ ਲੋਕ ਨਾਨਕ ਨੂੰ ਵੀ ਭਗਤੀ ਤੋਂ ਹੀਣਾ ਸਮਝਦੇ ਨੇ, ਪਰ ਆਓ ਸਾਰੇ ਰਲ ਮਿਲ ਕੇ, ਪਾਤਸ਼ਾਹ ਕਹਿੰਦੇ ਆਪਾਂ ਉਸ ਵਾਹਿਗੁਰੂ ਪਰਮੇਸ਼ਰ ਦੀ ਭਗਤੀ ਵਿੱਚ ਜੁੜੀਏ। ਭਗਤੀ ਕਿਵੇਂ ਕਰਨੀ ਹੈ, ਵਾਹਿਗੁਰੂ ਪਰਮੇਸ਼ਰ ਦਾ ਨਾਮ ਕਿਵੇਂ ਜਪਣਾ, ਸਤਿਗੁਰੂ ਪਾਤਸ਼ਾਹ ਜੀ ਨੇ ਦੱਸਿਆ। ਵਿਸਾਖ ਦਾ ਮਹੀਨਾ ਆਰੰਭ ਹੋਇਆ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਵਿਸਾਖ ਦੇ ਮਹੀਨੇ ਦੁਆਰਾ ਉਪਦੇਸ਼ ਦੇ ਰਹੇ ਹਨ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਬੈਸਾਖ ਧੀਰਨ ਕਿਉ ਬਾਡੀਆ, ਜਿਨ੍ਹਾਂ ਪ੍ਰੇਮ ਬਿਸ਼ੋਹ। ਜਿਨ੍ਹਾਂ ਦੇ ਅੰਦਰੋਂ ਪ੍ਰੇਮ ਦਾ ਰਸ ਖਤਮ ਹੋ ਗਿਆ, ਜਿਹੜੀਆਂ ਵਾਹਿਗੁਰੂ ਪਰਮੇਸ਼ਰ ਦੇ ਨਾਲੋਂ ਟੁੱਟੀਆਂ ਹੋਈਆਂ ਨੇ, ਉਹਨਾਂ ਨੂੰ ਵਿਸਾਖ ਦੇ ਮਹੀਨੇ ਵਿੱਚ ਕਿਵੇਂ ਧੀਰ ਜਾਵੇ। ਚੇਤ ਵਿਚਾਰਾ ਕੀ ਕਰੇ। ਚੇਤ ਤੇ ਬਸੰਤ, ਚੇਤ ਤੇ ਵਿਸਾਖ ਇਹ 2 ਮਹੀਨੇ ਬਸੰਤ ਰੁੱਤ ਦੇ ਗਿਣੇ ਗਏ ਨੇ।
ਕਹਿੰਦੇ ਉੱਥੇ ਚੇਤ ਕੀ ਕਰੇਗਾ, ਉੱਥੇ ਬਸੰਤ ਕੀ ਕਰੇਗਾ ਜੇ ਜੀਵ ਆਪਣੇ ਮੂਲ ਨਾਲੋਂ ਟੁੱਟਿਆ ਹੋਇਆ ਹੈ। ਚੇਤ ਨੇ ਵੈਸਾਖ ਨੂੰ, ਜਦੋਂ ਵੈਸਾਖ ਆਇਆ ਤੇ ਉਹਨੂੰ ਆਉਣ ਤੇ ਇੱਕ ਇਨਾਮ ਦਿੱਤਾ। ਉਹ ਇਨਾਮ ਕੀ ਸੀ? ਉਹ ਇਨਾਮ ਸੀ ਹਰੀਆਂ ਸ਼ਾਖਾਵਾਂ। ਵੈਸਾਖ ਭਲਾ ਸ਼ਾਖਾ ਵੇਸ ਕਰੇ। ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਦੋ ਸ਼ਬਦ ਪੈਦਾ ਕੀਤੇ। ਸ਼ਬਦਾਂ ਨੂੰ ਬਣਾਉਣ ਦੇ ਲਈ ਅੱਖਰ ਚਾਹੀਦੇ ਨੇ ਤੇ ਵੈਸਾਖ ਸ਼ਬਦ ਦੇ 3 ਅੱਖਰ ਨੇ ਤੇ 2 ਸਹਾਇਕ ਲਗਾ ਮਾਤਰਾ ਨੇ। ਵਾਵੇ ਦੇ ਉੱਤੇ ਦਲਾਵਾਂ ਨੇ, ਉੱਥੇ ਵੈਸਾਖ ਸ਼ਬਦ ਹੈ। ਸੱਸੇ ਨੂੰ ਕੰਨਾ, ਇਹ 2 ਮਾਤਰਾ ਨੇ। ਤੇ ਜੇ ਇਹਨੂੰ ਸੰਧੀ ਛੇਦ ਕਰੀਏ ਤਾਂ ਪਹਿਲਾਂ ਬਣੇਗਾ ਵੇਸ ਪਲੱਸ ਫਿਰ ਸੱਸੇ ਨੂੰ ਅੱਗੇ ਲਾ ਕੇ ਕੰਨਾ ਖੱਖਾ ਬਣਾਈਏ ਤੇ ਫਿਰ ਬਣੇਗਾ ਸ਼ਾਖ। ਕਹਿੰਦੇ ਸ਼ਾਖਾ ਨੇ ਵੇਸ ਧਾਰਨ ਕਰ ਲਿਆ। ਵੈਸਾਖ ਦੇ ਵਿੱਚ ਇਹ ਤੋਹਫਾ ਦਿੱਤਾ ਚੇਤ ਨੇ ਕਿ ਆ ਤੈਨੂੰ ਆਉਣ ਤੋਂ ਪਹਿਲਾਂ ਤੋਹਫਾ ਦੇਣਾ। ਉਹ ਕਿਹੜਾ ਹੈ? ਕਿ ਤੇਰੇ ਆਉਣ ਤੇ ਚਾਰੇ ਪਾਸੇ ਬਸੰਤ ਹੋਵੇਗੀ। ਬਸੰਤ ਦੇ ਵਿੱਚ ਸ਼ੁਭ ਗੁਣਾਂ ਦੇ ਫੁੱਲ ਖਿੜਨਗੇ, ਸ਼ੁਭ ਗੁਣਾਂ ਦੀ ਹਰਿਆਵਲ ਚਾਰੇ ਪਾਸੇ ਹੋਵੇਗੀ। ਇਹ ਤੈਨੂੰ ਮੈਂ ਤੋਹਫਾ ਦੇਣਾ। ਤੇ ਵੇਖਦੇ ਆ ਨਾ, ਜਦੋਂ ਵੈਸਾਖ ਚੜ੍ਹਦਾ ਚਾਰੇ ਪਾਸੇ ਬਨਸਪਤੀ ਹਰਿਆਵਲ, ਚਾਰੇ ਪਾਸੇ ਖੇੜਾ, ਫੁੱਲਾਂ ਦੀ ਖੁਸ਼ਬੂ ਇਕੱਤਰ ਹੁੰਦੀ ਹੈ, ਮਨ ਨੂੰ ਮੋਹ ਲੈਂਦੀ ਹੈ। ਉਹ ਵੈਸਾਖ ਦੇ ਮਹੀਨੇ ਵਿੱਚ ਚੇਤ ਨੇ ਦਿੱਤਾ ਤੇ ਕਹਿਣ ਲੱਗੇ ਤੇਰੇ ਅੰਦਰ ਦਾ 12 ਮਾਹ, ਤੇਰੇ ਅੰਦਰ ਵੀ 12 ਮਾਹ ਹੈ। ਵੇਖੀ ਕਿਤੇ ਅੰਦਰ ਦੇ 12 ਮਾਹ, ਉਹ ਮਹੀਨਾ, ਉਹ ਖੇੜਾ ਜਦੋਂ ਬਸੰਤ ਤੇਰੇ ਅੰਦਰ ਦੀ ਆਈ ਕਿਤੇ ਐਵੇਂ ਨਾ ਚਲੀ ਜਾਏ ਤੂੰ ਉਹਦੇ ਨਾਲੋਂ ਟੁੱਟਿਆ ਰਹਿ ਜਾਵੇਂ, ਵਾਂਝਾ ਰਹਿ ਜਾਵੇਂ, ਤੇਰੇ ਅੰਦਰ ਉਹ ਖੇੜਾ ਹੀ ਨਾ ਬਣੇ, ਤੇਰੇ ਅੰਦਰ ਸ਼ੁਭ ਗੁਣਾਂ ਦੇ ਫੁੱਲ ਹੀ ਨਾ ਖਿੜਨ। ਪਾਤਸ਼ਾਹ ਕਹਿੰਦੇ ਹੁਣ ਜਦੋਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਉਸ 12 ਮਾਹ ਨੂੰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ 12 ਮਾਹ ਦੇ ਸਾਹਮਣੇ ਰੱਖ ਕੇ ਵਿਚਾਰ ਕਰਾਂਗੇ ਤੇ ਗੁਰੂ ਪਾਤਸ਼ਾਹ ਜੀ ਕਹਿੰਦੇ ਕਿ ਵੈਸਾਖ ਰੁੱਤ ਦੇ ਵਿੱਚ ਜਿਹੜੀਆਂ ਸ਼ਾਖਾਵਾਂ ਆ ਗਈਆਂ, ਪੱਤਿਆਂ ਨੇ ਵੇਸ ਧਾਰਨ ਕਰ ਲਿਆ ਤੇ ਜਦੋਂ ਪਤਝੜ ਹੁੰਦੀ ਹੈ ਸਾਰੇ ਪੱਤੇ ਝੜ ਜਾਂਦੇ ਨੇ, ਰੁੱਖ ਰੁੰਡ-ਮੁੰਡ ਹੋ ਜਾਂਦੇ ਨੇ ਤੇ ਉਦੋਂ ਰੁੱਖਾਂ ਦੀ ਪਹਿਚਾਣ ਨਹੀਂ ਆਉਂਦੀ ਕਿ ਰੁੱਖ ਕਿਹੜਾ, ਕਿਉਂਕਿ ਉਹਦਾ ਵੇਸ ਨਹੀਂ, ਉਹਦਾ ਵੇਸ ਨਹੀਂ। ਇਸ ਕਰਕੇ ਉਹਨਾਂ ਦੀ ਪਹਿਚਾਣ ਕਰਨੀ ਔਖੀ ਹੋ ਜਾਂਦੀ ਹੈ। ਤੇ ਜਦੋਂ ਪੱਤੇ ਆ ਜਾਂਦੇ ਨੇ ਫਿਰ ਉਹਦੀ ਪਹਿਚਾਣ ਆਉਂਦੀ ਹੈ ਕਿ ਆ ਫਲਾਣਾ ਦਰਖਤ ਹੈ, ਆ ਅੰਬ ਦਾ ਦਰਖਤ ਹੈ, ਆ ਤੂਤ ਦਾ ਦਰਖਤ ਹੈ, ਜਾਮਣ ਦਾ ਦਰਖਤ ਹੈ। ਇਸ ਤਰ੍ਹਾਂ ਦੇ ਨਾਲ ਪੱਤਿਆਂ ਤੋਂ ਪਹਿਚਾਣ ਕਰੀਦੀ ਹੈ। ਪੱਤੇ ਕੀ ਨੇ, ਸ਼ਾਖਾ ਕੀ ਹੈ, ਉਹਦਾ ਵੇਸ ਹੈ। ਵੇਸ ਤੋਂ ਪਹਿਚਾਣ ਹੈ ਕਿ ਫਲਾਣਾ ਦਰਖਤ ਹੈ। ਸਿੱਖ ਦੀ ਪਹਿਚਾਣ ਉਹਦਾ ਬਾਣਾ ਹੈ। ਸਿੱਖ ਦੀ ਪਹਿਚਾਣ ਵੈਸਾਖ ਮਹੀਨਾ ਕਿਉਂ ਚੁਣਿਆ ਪਾਤਸ਼ਾਹ ਜੀ ਨੇ? ਕਿਉਂਕਿ ਵੈਸਾਖ ਵਿੱਚ ਨਵੀਂ ਰੁੱਤ ਆਉਂਦੀ ਹੈ, ਖੇੜਾ ਆਉਂਦਾ ਹੈ, ਵੇਸ ਆਉਂਦਾ ਹੈ, ਜਿਸ ਵੇਸ ਤੋਂ ਪਤਾ ਲੱਗਦਾ ਹੈ ਕਿ ਕਿਹੜਾ ਦਰਖਤ ਹੈ। ਤੇ ਪਾਤਸ਼ਾਹ ਕਹਿੰਦੇ ਆ ਤੈਨੂੰ ਵੀ ਵੇਸ ਦੇਣਾ, ਤੇਰਾ ਵੀ ਪਤਾ ਲੱਗੇ ਤੂੰ ਗੁਰੂ ਦਾ ਸਿੱਖ ਹੈ। ਤੇ ਗੁਰੂ ਸਾਹਿਬ ਨੇ ਤੇਰੇ ਸਰੀਰ ਤੇ ਐ ਸਿੱਖਾ ਤੈਨੂੰ ਬਾਣਾ ਦਿੱਤਾ, ਜਿਹੜਾ ਬਾਣਾ ਅੱਜ ਸ਼ਾਇਦ ਚੰਗਾ ਨਹੀਂ ਲੱਗਦਾ। ਕੇਵਲ ਭਾਈਆਂ ਲਈ ਸਮਝਦੇ ਆ ਕਿ ਭਾਈਆਂ ਦੇ ਪਾਉਣ ਦੇ ਕੰਮ ਆਉਂਦਾ ਹੈ। ਇਹ ਬਾਣਾ ਗੁਰੂ ਕੇ ਸਿੱਖ ਨੂੰ ਦਿੱਤਾ ਗੁਰੂ ਪਾਤਸ਼ਾਹ ਜੀ ਨੇ। ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਕਿ ਜਦੋਂ ਵੇਸ ਆਇਆ ਉਹ ਮਹੀਨਾ ਚੰਗਾ ਲੱਗਣ ਲੱਗਾ। ਉਹ ਵੇਸ ਤੋਂ ਜਿਹੜਾ ਸੀ ਉਹਦੀ ਪਹਿਚਾਣ ਹੋ ਗਈ, ਸ਼ਾਖਾਵਾਂ ਨੇ ਆਪਣਾ ਵੇਸ ਧਾਰਨ ਕਰ ਲਿਆ। ਇਸ ਕਰਕੇ ਵੈਸਾਖ ਦਾ ਮਹੀਨਾ ਸ਼ੋਭਨੀਕ ਹੋ ਗਿਆ। ਵੈਸਾਖ ਭਲਾ ਚੰਗਾ ਹੈ, ਸਾਖਾ ਵੇਸ ਕਰੇ, ਕਿਉਂਕਿ ਸਾਖਾ ਨੇ ਵੇਸ ਧਾਰਨ ਕਰ ਲਿਆ। ਤੇ ਇੱਥੇ ਪਾਤਸ਼ਾਹ ਕਹਿੰਦੇ ਵੈਸਾਖ ਧੀਰਨ ਕਿਉਂ ਵਾਢੀਆਂ ਜਿਨ੍ਹਾਂ ਪ੍ਰੇਮ ਵਿਸ਼ੋ, ਜਿਹੜੀਆਂ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੋਂ ਟੁੱਟੀਆਂ ਹੋਈਆਂ ਨੇ, ਜਿਨ੍ਹਾਂ ਦੇ ਅੰਦਰੋਂ ਪ੍ਰੇਮ ਦਾ ਰਸ ਖਤਮ ਹੋ ਗਿਆ। ਜਿਹੜੀ ਟਾਹਣੀ ਆਪਣੇ ਮੂਲ ਨਾਲੋਂ ਟੁੱਟ ਜਾਵੇ, ਦਰਖਤ ਨਾਲੋਂ ਟੁੱਟ ਜਾਵੇ, ਭਾਵੇਂ ਬਸੰਤ ਦੀ ਰੁੱਤ ਹੋਵੇ, ਉਹਨੂੰ ਪਾਣੀ ਵੀ ਪਾਈ ਜਾਈਏ ਪਰ ਉਹਦੇ ਤੇ ਖੇੜਾ ਨਹੀਂ ਆ ਸਕਦਾ। ਜਿਹੜਾ ਉਹਦੇ ਅੰਦਰ ਖੇੜਾ ਦੇਣ ਵਾਲਾ ਸੀ, ਜਿਹੜਾ ਉਹਦੇ ਅੰਦਰ ਦਾ ਰਸ ਸੀ, ਕਿਉਂਕਿ ਆਪਾਂ ਵੇਖਦੇ ਆ ਨਾ ਪਤਝੜ ਦੇ ਵਿੱਚ ਭਾਵੇਂ ਪੱਤੇ ਝੜ ਜਾਂਦੇ ਨੇ ਪਰ ਦਰਖਤ ਉਹਦੀਆਂ ਟਾਹਣੀਆਂ ਸੁੱਕਦੀਆਂ ਨਹੀਂ। ਕਿਉਂ? ਕਿਉਂਕਿ ਉਹਨਾਂ ਦੇ ਅੰਦਰ ਇੱਕ ਰਸ ਹੈ, ਉਹ ਰਸ ਸੁੱਕਣ ਨਹੀਂ ਦਿੰਦਾ। ਤੇ ਇੱਥੇ ਜਦੋਂ ਉਹ ਟਾਹਣੀ ਟੁੱਟ ਗਈ ਮੂਲ ਨਾਲੋਂ, ਉਹਦਾ ਰਸ ਵੀ ਸੁੱਕ ਜਾਂਦਾ ਹੈ। ਫਿਰ ਉਹਨੂੰ ਪਾਣੀ ਪਾਈ ਜਾਈਏ, ਬਸੰਤ ਰੁੱਤ ਆ ਜਾਵੇ, ਪਰ ਉਹ ਕਦੀ ਹਰੀ ਨਹੀਂ ਹੁੰਦੀ, ਉਹਦੇ ਉੱਤੇ ਖੇੜਾ ਨਹੀਂ ਆਉਂਦਾ। ਕਿਉਂਕਿ ਉਹਦੇ ਅੰਦਰ ਦਾ ਜਿਹੜਾ ਰਸ ਸੀ, ਜਿਹੜਾ ਉਹਦੇ ਅੰਦਰ ਜਿਹੜਾ ਉਹਨੂੰ ਹਰਿਆਵਲ ਦਿੰਦਾ ਸੀ,
ਜਿਹੜਾ ਉਹਦੇ ਉੱਤੇ ਨਵਾਂ ਜੀਵਨ ਦਿੰਦਾ ਸੀ, ਉਹ ਰਸ ਸੁੱਕ ਚੁੱਕਾ ਹੈ। ਪਾਤਸ਼ਾਹ ਕਹਿੰਦੇ ਇਸੇ ਤਰ੍ਹਾਂ ਜਿਹੜੇ ਆਪਣੇ ਪ੍ਰਮਾਤਮਾ ਦੇ ਨਾਲੋਂ ਤੂੰ ਪੇੜ ਸਾਖ ਤੇਰੀ ਫੂਲੀ, ਪਾਤਸ਼ਾਹ ਜੀ ਦਾ ਸ਼ਬਦ ਹੈ ਕਿ ਇਹ ਪ੍ਰਮਾਤਮਾ, ਇਹ ਅਕਾਲ ਪੁਰਖ, ਤੂੰ ਦਰਖਤ ਹੈ ਤੇ ਸਮੁੱਚੀ ਕਾਇਨਾਤ ਤੇਰੀਆਂ ਸ਼ਾਖਾਵਾਂ ਨੇ, ਸਮੁੱਚੀ ਲੋਕਾਈ ਤੇਰੀਆਂ ਸ਼ਾਖਾਵਾਂ ਨੇ। ਤੇ ਜਿਹੜੀਆਂ ਸ਼ਾਖਾਵਾਂ ਆਪਣੇ ਮੂਲ ਅਕਾਲ ਪੁਰਖ ਪਰਮੇਸ਼ਰ ਨਾਲੋਂ ਟੁੱਟ ਜਾਂਦੀਆਂ ਨੇ, ਉਹਨਾਂ ਦੇ ਅੰਦਰੋਂ ਫਿਰ ਰਸ ਖਤਮ ਹੋ ਜਾਂਦਾ, ਉਹ ਸੁੱਕ ਜਾਂਦੀਆਂ ਨੇ। ਫਿਰ ਉੱਥੇ ਬਸੰਤ ਦੀ ਵਰਖਾ ਹੋ ਰਹੀ ਹੋਵੇ, ਸ਼ਬਦ ਦੇ ਨਾਮ ਦੀ ਵਰਖਾ ਹੋ ਰਹੀ ਹੋਵੇ, ਪਰ ਉਹ ਫਿਰ ਟੁੱਟੀਆਂ ਹੋਈਆਂ ਟਾਹਣੀਆਂ 'ਚ ਰਸ ਨਹੀਂ ਆਉਂਦਾ, ਰਸ ਨਹੀਂ ਆਉਂਦਾ। ਪਾਤਸ਼ਾਹ ਕਹਿੰਦੇ ਪ੍ਰੇਮ ਬਛੋ, ਉਹਨਾਂ ਦੇ ਅੰਦਰੋਂ ਪ੍ਰੇਮ ਦਾ ਰਸ ਜਿਹੜਾ ਹੈ ਉਹ ਸੁੱਕ ਚੁੱਕਾ ਹੈ, ਉਹ ਟੁੱਟ ਚੁੱਕੀਆਂ ਨੇ ਆਪਣੇ ਮੂਲ ਦੇ ਨਾਲੋਂ। ਉਹਨਾਂ ਨੂੰ ਵੈਸਾਖ ਦੇ ਮਹੀਨੇ ਵਿੱਚ ਧੀਰਜ ਕਿਵੇਂ ਆਵੇ? ਹਰ ਸਾਜਨ ਪੁਰਖ ਵਿਸਾਰ ਕੈ ਲੱਗੀ ਮਾਇਆ ਧੋ। ਇਹ ਹਾਲਤ ਕਿਉਂ ਬਣੀ? ਰਸ ਕਿਉਂ ਸੁੱਕਿਆ? ਪ੍ਰੇਮ ਦਾ ਰਸ ਅੰਦਰੋਂ ਕਿਉਂ ਖਤਮ ਹੋਇਆ? ਆਪਣੇ ਮੂਲ ਨਾਲ ਕਿਉਂ ਟੁੱਟੇ? ਕਿਉਂਕਿ ਮਾਇਆ ਦੀ ਧੋ ਲੱਗ ਗਈ। ਪਾਤਸ਼ਾਹ ਜੀ ਨੇ ਜਠਰਾ ਅਗਨੀ ਵਿੱਚ ਹੱਥ ਦੇ ਕੇ ਰੱਖਿਆ, ਮਾਂ ਦੇ ਉਦਰ ਵਿੱਚ ਬਚਾਇਆ ਤੇ ਸੁਰਤ ਲਿਵ ਨੂੰ ਪਰਮੇਸ਼ਰ ਦੇ ਨਾਮ ਨਾਲ ਜੋੜਿਆ ਤੇ ਕਿਆ ਲੈ ਤੇਰੇ ਲਈ ਬਸੰਤ ਰੁੱਤ ਆਈ ਹੈ, ਤੈਨੂੰ ਮੈਂ ਤੋਹਫਾ ਦੇ ਰਿਹਾ ਬਸੰਤ ਰੁੱਤ ਵਿੱਚ, ਵੇਖੀ ਕਿਤੇ ਇਹਨੂੰ ਗਵਾ ਨਾ ਲਈ, ਇਹਨੂੰ ਸੰਭਾਲ ਕੇ ਰੱਖੀ। ਪਰ ਹੋਇਆ ਕਿ ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਜਿਹੜਾ ਬਚਨ ਕਰਦਾ ਸੀ ਕਿ ਸਵਾਸ ਸਵਾਸ ਨਾਮ ਸਿਮਰਾਂਗਾ, ਜਨਮ ਲੈਂਦੇ ਮਾਇਆ ਨੇ ਪ੍ਰਭਾਵ ਪਾ ਲਿਆ ਤੇ ਲਿਵ ਟੁੱਟ ਗਈ। ਉਹ ਜਿਹੜਾ ਪ੍ਰੇਮ ਦਾ ਰਸ ਸੀ ਉਹ ਅੰਦਰੋਂ ਸੁੱਕ ਗਿਆ, ਸੁੱਕ ਗਿਆ, ਮਾਇਆ ਦੀ ਧੋ ਲੱਗ ਗਈ। ਪਾਤਸ਼ਾਹ ਕਹਿੰਦੇ ਕਮਲਿਆ, ਮੈਂ ਤੈਨੂੰ ਬਸੰਤ ਰੁੱਤ ਦਿੱਤੀ ਸੀ, ਮਾਂ ਦੇ ਉਦਰ ਵਿੱਚ ਦੇ ਦਿੱਤੀ ਸੀ, ਪਰ ਤੂੰ ਸੰਭਾਲ ਨਾ ਸਕਿਆ। ਲੱਗੀ ਮਾਇਆ ਧੋ, ਮਾਇਆ ਦੇ ਧੋ ਦੇ ਕਾਰਨ ਉਹ ਵਾਹਿਗੁਰੂ ਸੱਜਣ ਪੁਰਖ ਜਿਹੜਾ ਉਹ ਵਿਸਰ ਗਿਆ। ਪੁੱਤਰ ਕਲਤਰ ਨਾ ਸੰਗ ਤਨਾ ਹਰ ਅਵਿਨਾਸੀ ਓ। ਤੇ ਹੁਣ ਜਿਹੜੇ ਦਰਖਤ ਨੂੰ ਪਾਣੀ ਪਾਉਣ ਵਾਲੇ ਸਨ, ਦਰਖਤ ਦੀ ਗੋਡੀ ਕਰਨ ਵਾਲੇ ਸਨ, ਦਰਖਤ ਦੀ ਸੰਭਾਲ ਕਰਨ ਵਾਲੇ ਸਨ, ਜਦੋਂ ਦਰਖਤ ਸੁੱਕ ਜਾਵੇ, ਨਾ ਫੁੱਲ ਦੇਵੇ, ਨਾ ਫਲ ਦੇਵੇ, ਨਾ ਉਹਦੀ ਹਰਿਆਵਲ ਰਹੇ, ਕਦੀ ਵੇਖਿਆ ਕਿ ਸੁੱਕੇ ਦਰਖਤ ਨੂੰ ਕੋਈ ਪਾਣੀ ਪਾਉਂਦਾ ਹੋਵੇ? ਨਹੀਂ ਪਾਉਂਦਾ ਨਾ। ਸੁੱਕੇ ਦਰਖਤ ਖੜੇ ਰਹਿੰਦੇ ਨੇ, ਖੜਖੜ ਕਰਦੇ। ਤੇ ਪਾਤਸ਼ਾਹ ਕਹਿੰਦੇ ਕਿ ਜਿਹੜੇ ਗੋਡੀ ਕਰਨ ਵਾਲੇ ਸਨ, ਪਾਣੀ ਪਾਉਣ ਵਾਲੇ ਸਨ, ਸੰਭਾਲਣ ਵਾਲੇ ਸਨ, ਪੁੱਤਰ ਕਲਤਰ ਸੰਗ ਧਨਾ, ਕਹਿੰਦੇ ਉਹ ਵੀ ਸੰਗ ਛੱਡ ਗਏ, ਉਹਨਾਂ ਨੇ ਵੀ ਸਾਥ ਛੱਡ ਦਿੱਤਾ। ਉਹ ਵੀ ਜਿਹੜੇ ਜਿਹਦੇ ਨਾਲ ਬਹੁਤਾ ਸਨੇਹ ਸੀ, ਉਹ ਵੀ ਇਸ ਤਰ੍ਹਾਂ ਸਾਥ ਛੱਡ ਗਈ। ਜਿਹੜੇ ਬੜੇ ਬੜੇ ਸੋਹਣੇ ਸੁੰਦਰ ਗਹਿਣੇ ਪਹਿਨ ਦੀ, ਸੁੰਦਰ ਵਸਤਰ ਪਹਿਨ ਦੀ, ਤੇ ਜਦੋਂ ਹਾਲਤ ਐਸੀ ਬਣੀ, ਉਹਨੇ ਵੀ ਸਾਥ ਛੱਡ ਦਿੱਤਾ। ਜਿਹੜੇ ਗੋਡੀ ਕਰਨ ਵਾਲੇ, ਪਾਣੀ ਦੇਣ ਵਾਲੇ ਸਨ, ਉਹਨਾਂ ਸਾਰਿਆਂ ਨੇ ਤੇਰਾ ਸਾਥ ਛੱਡ ਦਿੱਤਾ। ਪੁੱਤਰ ਕਲਤਰ ਨਾ ਸੰਗ ਧਨਾ, ਕੁਛ ਵੀ ਨਾਲ ਨਾ ਗਿਆ, ਇੱਥੇ ਰਹਿ ਗਿਆ ਸਾਰਾ ਕੁਛ। ਹਰ ਅਵਿਨਾਸੀ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜਿਹੜਾ ਅਵਿਨਾਸੀ ਹੈ, ਕਹਿੰਦੇ ਅੰਤ ਵੇਲੇ ਸਿਰਫ ਉਹੀ ਨਾਲ ਨਿਭਦਾ ਹੈ, ਬਾਕੀ ਸਾਰੇ ਸੰਗ ਛੱਡ ਜਾਂਦੇ ਨੇ, ਸਾਰੇ ਇੱਥੇ ਰਹਿ ਜਾਂਦੇ ਹਨ। ਪਾਲਚ ਪਾਲਚ ਸਗਲੀ ਮੁਈ ਝੂਠਾ ਧੰਦਾ ਮੋਹ। ਤੇ ਦੁਨੀਆ ਦੇ ਝੂਠੇ ਧੰਦਿਆਂ ਦੇ ਜਾਲ ਵਿੱਚ ਫਸ ਕੇ ਪਲਚ ਪਲਚ ਸਗਲੀ ਮੁਈ, ਸਗਲੀ ਲੁਕਾਈ ਮਰ ਰਹੀ ਹੈ। ਦੁਨੀਆ ਦੇ ਝੂਠੇ ਧੰਦੇ ਪਏ ਹੋਏ ਨੇ ਨਾ, ਧੰਦੇ ਛੱਡਣ ਨੂੰ ਦਿਲ ਹੀ ਨਹੀਂ ਕਰਦਾ। ਸੰਗਤ ਵਿੱਚ ਆਉਣਾ ਹੋਵੇ, ਕੋਈ ਕੀਰਤਨ ਸਮਾਗਮ ਹੋਵੇ, ਕਿਤੇ ਕੋਈ ਜੀਵਨ ਦਾ ਲਾਹਾ ਜਿੱਥੇ ਮਿਲਣਾ, ਉੱਥੇ ਕੋਈ ਸਮਾਂ ਸਬੱਬ ਬਣੇ ਤੇ ਧੰਦੇ ਛੱਡਣ ਨਹੀਂ ਦਿੰਦੇ। ਆਹ ਵੀ ਕਰਨਾ, ਆਹ ਧੰਦਾ ਵੀ ਨਿਬੇੜ ਲਵਾਂ, ਆਹ ਵੀ ਕਰ ਲਵਾਂ, ਧੰਦਿਆਂ ਤੋਂ ਵਿਹਲਾ ਹੋ ਜਾਵਾਂ, ਫਿਰ ਮੈਂ ਧੰਦੇ ਮੁਕਾ ਕੇ ਜਿਹੜਾ ਹੈ, ਫਿਰ ਮੈਂ ਆ ਅੰਮ੍ਰਿਤ ਛਕਾਂਗਾ ਜੀ, ਫਿਰ ਸੰਗਤ ਵਿੱਚ ਆਇਆ ਕਰਾਂਗਾ, ਫਿਰ ਪਾਠ ਕਰਾਂਗਾ। ਅਜੇ ਤਾਂ ਮੇਰੇ ਧੰਦੇ ਬੜੇ ਨੇ। ਧੰਦੇ ਨਹੀਂ ਮੁੱਕਣੇ, ਧੰਦਿਆਂ ਨੇ ਤੈਨੂੰ ਜ਼ਰੂਰ ਮੁਕਾ ਦੇਣਾ ਹੈ। ਪਾਤਸ਼ਾਹ ਕਹਿੰਦੇ ਪਲਚ ਪਲਚ ਸਗਲੀ ਮੂਈ, ਸਾਰੀ ਲੁਕਾਈ ਮਰ ਰਹੀ ਹੈ। ਝੂਠਾ ਧੰਦਾ ਮੋਹ, ਝੂਠੇ ਧੰਦਿਆਂ ਦੇ ਮੋਹ ਦੇ ਜਾਲ ਵਿੱਚ ਫਸ ਕੇ ਸਾਰੀ ਲੁਕਾਈ ਮਰ ਰਹੀ ਹੈ। ਇੱਕ ਸਹਰ ਕੇ ਨਾਮ ਬਿਨਾ ਅੱਗੇ ਲਈਐ ਖੋਹੇ। ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਮ ਤੋਂ ਬਿਨਾ ਤੇਰੇ ਕੋਲੋਂ ਸਾਰਾ ਕੁਝ ਖੋਹ ਲੈਣਾ ਹੈ,
ਖੋਹ ਲੈਣਾ ਹੈ। ਵਿਖਾਵੇ ਦੇ ਬੜੇ ਪੁੰਨਦਾਨ ਕਰਦਾ ਹੈ, ਬੜੇ ਕਰਮ ਧਰਮ ਕਰਦਾ ਹੈ। ਕਰਮ ਧਰਮ ਪਾਖੰਡ ਜੋ ਦਿਸੈ ਤਿਨ ਜਮ ਜਾ ਗਾਤੀ ਲੂਟੈ। ਉਹ ਕਹਿੰਦਾ ਪਹਿਲੇ ਸੱਟੇ ਹੀ, ਪਹਿਲੇ ਹੱਲੇ ਨਾਲ ਹੀ ਤੇਰੇ ਕੋਲੋਂ ਖੋਹ ਲੈਣਾ ਹੈ। ਜੇ ਅੰਤ ਤੱਕ ਨਿਭਣਾ ਹੈ ਤੇ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਇੱਕ ਸਹਾਰ ਕੇ ਨਾਮ ਬਿਨ ਜਦੋਂ ਮੌਤ ਹੁੰਦੀ ਹੈ ਤੇ ਵੰਡੀਆਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਨੇ। ਵੇਖਦੇ ਨੇ ਕਿੰਨਾ ਬੈਂਕ ਬੈਲੈਂਸ ਹੈ, ਕਿੰਨੀ ਪ੍ਰਾਪਰਟੀ ਹੈ, ਕਿੰਨੀ ਜਾਇਦਾਦ ਹੈ। ਕੋਈ ਬੀਮਾ ਵੀ ਹੋਇਆ ਉਹ ਵੀ ਵੇਖਦੇ ਨੇ, ਤੇਰੇ ਹਿੱਸੇ ਕਿੰਨਾ ਆਉਂਦਾ, ਮੇਰੇ ਹਿੱਸੇ ਕਿੰਨੇ ਆਉਂਦਾ। ਵੰਡੀਆਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਨੇ। ਪਰ ਪਾਤਸ਼ਾਹ ਕਹਿੰਦੇ ਇੱਕ ਸਹਾਰ ਕੇ ਨਾਮ ਬਿਨ, ਕਹਿੰਦੇ ਜੇ ਨਾਮ ਜਪਿਆ ਉਹਦੀਆਂ ਵੰਡੀਆਂ ਨਹੀਂ ਹੋ ਪੈਣੀਆਂ, ਉਹਦੀ ਵੰਡੀ ਨਹੀਂ ਉਹ ਕੋਈ ਪਾ ਸਕਦਾ। ਉਹ ਕੇਵਲ ਤੇਰੇ ਵਾਸਤੇ ਹੀ ਹੈ, ਤੇਰੇ ਨਾਲ ਹੀ ਜਾਣਾ ਹੈ। ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੀ ਨਾਲ ਜਾਂਦਾ ਹੈ। ਬਾਕੀ ਸਾਰਾ ਕੁਝ ਤਾਂ ਪਹਿਲੇ ਹੱਲੇ ਖੋਹ ਲੈਣਾ ਹੈ। ਦਇਓ ਵਿਸਾਰ ਵਿਗੁਟਣਾ ਪ੍ਰਭ ਬਿਨ ਆਵਰ ਨਾ ਕੋਏ। ਤੇ ਉਸ ਵਾਹਿਗੁਰੂ ਪਰਮੇਸ਼ਰ ਨੂੰ ਵਿਸਾਰ ਕੇ ਵਿਗੁਚਣਾ, ਫਿਰ ਲੋਕ ਦੁਨੀਆ ਦੇ ਜਿਹੜੀ ਹੈ ਲੁਕਾਈ ਹੈ, ਖੁਆਰ ਹੋ ਰਹੀ ਹੈ। ਵਿਗੁਚਣਾ ਮੈਨੇ ਖੁਆਰ ਹੋਣਾ, ਧੰਦਿਆਂ ਵਿੱਚ ਪੈ ਕੇ ਪਰਮੇਸ਼ਰ ਨੂੰ ਵਿਸਾਰ ਕੇ ਲੁਕਾਈ ਜਿਹੜੀ ਹੈ ਉਹ ਖੁਆਰ ਹੋ ਰਹੀ ਹੈ। ਪ੍ਰਭ ਬਿਨ ਆਵਰ ਨਾ ਕੋਏ। ਪ੍ਰਭੂ ਅਕਾਲ ਪੁਰਖ ਪਰਮੇਸ਼ਰ ਤੋਂ ਇਹਨੂੰ ਬਿਨਾ ਸਹਾਰਾ ਦੇਣ ਵਾਲਾ ਹੋਰ ਕੋਈ ਨਜ਼ਰ ਨਹੀਂ ਆਉਂਦਾ। ਪ੍ਰੀਤਮ ਚਰਣੀ ਜੋ ਲੱਗੇ ਤਿਨ ਕੀ ਨਿਰਮਲ ਸੋਈ। ਜਿਹੜੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਚਰਨੀ ਲੱਗ ਜਾਂਦੇ ਨੇ, ਚਰਨਾਂ ਨਾਲ ਜੁੜ ਜਾਂਦੇ ਨੇ, ਪਰਮੇਸ਼ਰ ਦੇ ਨਾਮ ਨਾਲ ਜੁੜ ਜਾਂਦੇ ਨੇ, ਜਿਨ੍ਹਾਂ ਦੀ ਸੁਰਤ ਪ੍ਰਭੂ ਨਾਲ ਜੁੜ ਜਾਂਦੀ ਹੈ, ਬਾਰੰਬਾਰ ਸਵਾਸ ਸਵਾਸ ਕਰਕੇ ਪਰਮੇਸ਼ਰ ਨੂੰ ਜਪਦੇ ਨੇ, ਤਿਨ ਕੇ ਨਿਰਮਲ ਸੋਏ, ਉਹਨਾਂ ਦੇ ਜੀਵਨ ਦੀ ਫਿਰ ਨਿਰਮਲ ਰੀਤ ਬਣ ਜਾਂਦੀ ਹੈ। ਆਨੰਦ ਵਿੱਚ ਰਹਿੰਦੇ ਨੇ, ਖੇੜੇ ਵਿੱਚ ਰਹਿੰਦੇ ਨੇ, ਸਦਾ ਉਸ ਵਾਹਿਗੁਰੂ ਪਰਮੇਸ਼ਰ ਨੂੰ ਸਿਮਰਦੇ ਹਨ। ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲਹੁ ਪਰਾਪਤ ਹੋਏ। ਪਾਤਸ਼ਾਹ ਜੀ ਕਹਿੰਦੇ ਨਾਨਕ ਕੀ ਪ੍ਰਭ ਬੇਨਤੀ ਹੈ। ਪ੍ਰਭੂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨਾਨਕ ਦੀ ਤੇਰੇ ਚਰਨਾਂ ਵਿੱਚ ਬੇਨਤੀ ਹੈ। ਕਿਹੜੀ ਬੇਨਤੀ ਹੈ? ਪ੍ਰਭ ਮਿਲਹੁ ਪਰਾਪਤ ਹੋਏ। ਪ੍ਰਭੂ ਨਾਲ ਮਿਲਾਪ ਹੋ ਜਾਵੇ, ਮੈਨੂੰ ਉਹ ਪ੍ਰਾਪਤ ਹੋ ਜਾਵੇ, ਉਹਦੀ ਮੈਨੂੰ ਪ੍ਰਾਪਤੀ ਹੋ ਜਾਵੇ। ਬੈਸਾਖ ਸੁਹਾਵਾ ਤਾਂ ਲੱਗੈ ਜਾ ਸੰਤ ਭੇਟੈ ਹਰ ਸੋਈ। ਹੁਣ ਵੈਸਾਖ ਦੇ ਮਹੀਨੇ ਅੰਦਰ ਬਸੰਤ ਰੁੱਤ ਹੈ, ਚਾਰੇ ਪਾਸੇ ਖੇੜਾ ਹੈ, ਹਰਿਆਵਲ ਹੈ, ਫੁੱਲ ਵਨਸਪਤੀ ਖੇੜੇ ਵਿੱਚ ਹੈ। ਪਰ ਪਾਤਸ਼ਾਹ ਕਹਿੰਦੇ ਸੁਹਾਵਾ ਤਾਂ ਲੱਗਦਾ ਜਾਂ ਸੰਤ ਭੇਟੈ ਹਰ ਜੋਏ ਸੋਏ। ਜੇ ਉਸ ਵਾਹਿਗੁਰੂ ਪਰਮੇਸ਼ਰ ਦੇ ਪਿਆਰਿਆਂ ਦੀ ਸੰਗਤ ਮਿਲ ਜਾਵੇ, ਜੇ ਸਤ ਸੰਗਤ ਵਿੱਚ ਮਿਲ ਜਾ, ਸੰਗਤ ਵਿੱਚ ਜੁੜ ਜਾਈਏ, ਸਤ ਸੰਗਤ ਪ੍ਰਾਪਤ ਹੋ ਜਾਵੇ, ਪਰਮੇਸ਼ਰ ਦੀ ਬੰਦਗੀ ਕਰਨ ਵਾਲਿਆਂ ਦੀ ਸੰਗਤ ਮਿਲ ਜਾਵੇ, ਤਾਂ ਵਿਸਾਖ ਦਾ ਮਹੀਨਾ ਸੁਹਾਵਣਾ ਲੱਗਦਾ ਹੈ। ਜੇ ਮੂਲ ਨਾਲੋਂ ਟੁੱਟੇ ਰਹੇ ਤੇ ਫਿਰ ਨਾ ਬਸੰਤ ਸਾਡੇ ਕਿਸੇ ਕੰਮ ਹੈ, ਨਾ ਫਿਰ ਹਰਿਆਵਲ ਸਾਡੇ ਕਿਸੇ ਕੰਮ ਹੈ। ਇਸ ਕਰਕੇ ਯਤਨ ਕਰੀਏ, ਅਰਦਾਸ ਕਰੀਏ ਕਿ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੇਰੇ ਨਾਲ ਜੁੜੇ ਰਹੀਏ, ਤਾਂ ਕਿ ਸਾਡੇ ਅੰਦਰੋਂ ਪ੍ਰੇਮ ਦਾ ਰਸ ਖਤਮ ਨਾ ਹੋਵੇ, ਸਾਡਾ ਖੇੜਾ ਕਦੀ ਖਤਮ ਨਾ ਹੋਵੇ, ਸਾਡੀ ਸ਼ੁਭ ਗੁਣਾਂ ਦੀ ਹਰਿਆਵਲ, ਸਾਡੇ ਸ਼ੁਭ ਗੁਣਾਂ ਦੇ ਫੁੱਲ ਕਦੀ ਖਤਮ ਨਾ ਹੋਣ। ਇਹ ਖੇੜਾ ਇਸੇ ਤਰ੍ਹਾਂ ਬਣਿਆ ਰਹੇ। ਗੁਰੂ ਸਾਹਿਬ ਅੱਗੇ ਅਰਦਾਸ ਕਰੀਏ, ਜਦੋਂ ਮੂਲ ਨਾਲ ਜੁੜੇ ਰਹਾਂਗੇ ਫਿਰ ਖੇੜਾ ਵੀ ਬਣਿਆ ਰਹੇਗਾ। ਗੁਰੂ ਸਾਹਿਬ ਰਹਿਮਤ ਕਰਨ। ਸਮਾਂ ਕੁਛ ਉੱਪਰ ਹੋ ਗਿਆ ਹੈ, ਖਿਮਾ ਕਰਨੀ। ਗੁਰੂ ਸਾਹਿਬ ਜੀ ਦੀ ਪਵਿੱਤਰ ਅਗਾਧ ਬੋਧ ਬਾਣੀ ਹੈ। ਐਸੀ ਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰਨੀ ਗੁਰੂ ਪਾਤਸ਼ਾਹ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ। ਭੁੱਲਾਂ ਨਾ ਚਿਤਾਰਨੀਆਂ ਅਸੀਸ ਬਖਸ਼ਣੀ। ਗੁਰੂ ਸਾਹਿਬ ਕਿਰਪਾ ਕਰਨ, ਇਹ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦਿਆਂ ਵਿੱਚ ਵਸ ਜਾਵੇ, ਤਾਂ ਕਿ ਇਹ ਲੋਕ ਸੁਖੀਏ ਪਰਲੋਕ ਸਹੇਲੇ ਹੋ ਜਾਵਨ। ਸੋ ਅਖੀਰ ਵਿੱਚ ਫਿਰ ਸਮੁੱਚੀਆਂ ਸੰਗਤਾਂ ਨੂੰ ਖਾਲਸਾ ਪ੍ਰਗਟ ਦਿਵਸ ਦੀ ਲੱਖ ਲੱਖ ਵਧਾਈ ਹੋਵੇ। ਨਾਲ ਹੀ ਬੇਨਤੀ ਹੈ, ਆਓ ਜਿਨ੍ਹਾਂ ਨੇ ਅਜੇ ਤੱਕ ਅੰਮ੍ਰਿਤ ਨਹੀਂ ਛਕਿਆ, 11 ਵਜੇ ਅੰਮ੍ਰਿਤ ਦਾ ਬਾਟਾ ਤਿਆਰ ਹੋਵੇਗਾ। ਕੇਸੀ ਇਸ਼ਨਾਨ ਕਰਕੇ ਸਮੇਂ ਸਿਰ ਪਹੁੰਚ ਕੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਗੁਰੂ ਵਾਲੇ ਬਣ ਕੇ ਜੀਵਨ ਸਫਲ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ